ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਦੀਆਂ ਮੰਡੀਆਂ 'ਚ ਮੱਕੀ ਦੀ ਆਮਦ ਤੇਜ਼ ਹੋ ਗਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਰੋਜ਼ਾਨਾ 2000 ਬੋਰੀਆਂ ਮੱਕੀ ਦੀ ਫਸਲ ਦੀਆਂ ਆ ਰਹੀਆਂ ਹਨ। ਭਾਵੇਂ ਕਿ ਪਿਛਲੇ ਸਾਲ ਨਾਲੋਂ ਕਿਸਾਨਾਂ ਨੂੰ ਮੱਕੀ ਦਾ ਰੇਟ ਜ਼ਿਆਦਾ ਮਿਲ ਰਿਹਾ ਹੈ, परंतु मक्की ਦੀ MSP 1870 रुपये प्रति क्विंटल तो रेट बहुत घट मिल रहा है। खन्ना मंडी च मक्की 1100 तो लैके 1500 रुपये प्रति क्विंटल के हिसाब नाल विक रही है। MSP मुताबिक रेट ना देना जिथे आड़तियां ने अपनी मजबूरी दस्या, उत्थे ही MSP ना मिलन करके किसानां ने सरकार खिलाफ रोष भी जताया है। मंडी ਦੇ ਵਿੱਚ ਰੋਜ਼ ਦੀ ਆਮਦ ਹੈਗੀ ਆ ਕਰੀਬ 2000 ਬੋਰੀ ਦੀ, 1500 ਬੋਰੀ ਦੀ ਰੋਜ਼ ਮੱਕੀ ਆ ਰਹੀ ਹੈ ਖੰਨਾ ਮੰਡੀ ਵਿੱਚ। ਮੱਕੀ ਦਾ ਘੱਟ ਤੋਂ ਘੱਟ ਰੇਟ ਹੈਗਾ 1100 ਰੁਪਏ ਤੋਂ ਲੈ ਕੇ 1450 ਰੁਪਏ ਔਰ ਵੱਧ ਤੋਂ ਵੱਧ ਰੇਟ ਹੈਗਾ 1800 ਰੁਪਏ ਤੋਂ ਲੈ ਕੇ 2000। ਜੇ ਕੋਈ ਵੀ ਢੇਰੀ ਰੇਟ ਤੋਂ ਘੱਟ ਵਿਕ ਰਹੀ ਹੈ MSP ਤੋਂ, ਉਹਦੇ ਵਿੱਚ ਕਾਰਨ ਇਹੀ ਹੈ ਕਿ ਵੀ ਮੱਕੀ ਦੇ ਵਿੱਚ ਜ਼ਿਆਦਾ ਗਿੱਲਾ ਜਾਂ ਉਹਦੀ ਕੁਆਲਿਟੀ ਖਰਾਬ ਹੈ। ਅਦਰਵਾਈਜ਼ ਕੋਈ ਕਾਰਨ ਨਹੀਂ ਹੈਗਾ ਕਿ MSP ਤੋਂ ਰੇਟ ਘੱਟ ਵਿਕ ਰਹੀ ਹੈ। ਮੱਕੀ ਦਾ 2000 ਰੁਪਏ 1870 ਰੁਪਏ ਸਰਕਾਰ ਦਾ MSP ਰੇਟ ਆ, 2000 ਰੁਪਏ ਪਲੱਸ ਮੱਕੀ ਵਿਕ ਰਹੀ ਹੈ। ਕਿਆ ਜਸਪ੍ਰੀਤ ਸਿੰਘ ਜੀ। ਤੇ ਕਿੰਨੀ ਫਸਲ ਲੈ ਕੇ ਆਇਆ ਜੀ? ਆਪਣੇ 3.5 ਕਿੱਲੇ ਦੀ ਫਸਲ ਹੈ। ਕਿੰਨਾ ਕੁ ਝਾੜ ਨਿਕਲਿਆ ਜੀ? ਝਾੜ ਗਿੱਲੀ ਦਾ ਤਾਂ 55 ਤੇ 60 ਦੇ ਵਿੱਚ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਲਜੀਤ ਸਿੰਘ ਦਾਦੂਵਾਲ ਪੰਜਾਬ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਿਜਲੀ ਘਰ ਦੇ ਅੰਦਰ ਲਗਾਇਆ ਗਿਆ ਧਰਨਾ ਬਿਜਲੀ ਮਹਿਕਮੇ ਦੇ ਐਕਸ਼ਨ ਅਤੇ ਦਾਦੂਵਾਲੀਆਂ ਦੇ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ। ਮਾਮਲਾ ਹੈ ਪਿੰਡ ਭੈਣੀ ਬਾਂਗਰ ਦਾ। ਇੱਥੋਂ ਦੀ ਇੱਕ ਔਰਤ ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਦਾਦੂਵਾਲ ਆਪਣੀ ਪਹਿਲੀ ਵਿੱਚੋਂ ਟਿਊਬਵੈੱਲ ਕਨੈਕਸ਼ਨ ਦੀ ਤਾਰ ਨਹੀਂ ਲੰਘਣ ਦੇ ਰਹੇ ਹਨ। मैं किसान मजदूर संघर्ष कमेटी पंजाब जोन प्रधान हरजीत सिंह लील कलां जोन बाबा मक्का ਤੋਂ। ਅੱਜ ਮਸਲਾ ਕੀ ਹੈ ਜੀ? ਅੱਜ ਮਜਲਾ ਇੱਥੇ ਸਾਡਾ ਵਾ ਜੀ ਪਿੰਡ ਭੈਣੀਆਂ ਦੇ ਵਿੱਚ ਇੱਕ ਸਾਡਾ ਬੀਬੀ ਮਨਜੀਤ ਕੌਰ ਆ, ਉਹਦਾ ਟਰਾਂਸਫਾਰਮ ਉਹਨਾਂ ਦਾ ਮਨਜ਼ੂਰ ਹੋਇਆ ਵਾ, ਐਸਟੀਮੇਟ ਪਾਸ ਹੋ ਚੁੱਕਾ ਵਾ, ਸਮਾਨ ਵੀ ਸਾਨੂੰ ਦੇਤਾ ਵਾ। ਇੱਥੇ ਜਿਹੜਾ ਇਸੇ ਪਿੰਡ ਦਾ ਵਸਨੀਕ ਬਲਜੀਤ ਸਿੰਘ ਦਾਦੂਵਾਲ, ਉਹਨਾਂ ਨੇ ਜਿਹੜੀ ਲੈਣ ਵਾ ਉਹ ਡੱਕੀ ਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਆਪਣੀ ਉੱਥੇ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਰਿਹਾ। ਜਦੋਂ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਨੇ ਜਿਹੜਾ ਐਸਟੀਮੇਟ ਲਾਇਆ ਹੁੰਦਾ ਵਾ, ਉਹ ਕਾਨੂੰਨੀ ਤੌਰ 'ਤੇ ਕਿਸੇ ਨੂੰ ਵੀ ਕੋਈ ਲੈਣ ਆ ਜਿਹੜੀ ਲੈਣ ਡੱਕਣ ਦਾ ਜਿਹੜਾ ਅਧਿਕਾਰ ਨਹੀਂਗਾ। ਪਰ ਇੱਥੇ ਦਾ ਜਿਹੜਾ ਐਕਸੀਅਨ ਆ ਉਹਦੇ ਉੱਤੇ ਪੂਰਾ ਸਿਆਸੀ ਦਬਾਅ ਜਿਹੜਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਪਾਇਆ ਗਿਆ ਵਾ ਤੇ ਲੈਣ ਡੱਕੀ ਗਈ ਆ। ਕੱਲ੍ਹ ਇਹਨਾਂ ਨੇ ਇੱਕ ਨਾਟਕ ਰਚ ਕੇ ਜਿਹੜੇ ਮੁਲਾਜ਼ਮ ਆ ਉੱਥੇ ਉਹ ਟੋਏ ਪੁੱਟਣ ਭੇਜੇ ਨੇ ਤੇ ਟੋਏ ਵੀ ਜਿਹੜੇ ਆ ਉਹ ਆਪਣੀ ਜ਼ਮੀਨ 'ਚ ਹੀ ਅਸੀਂ ਪੁੱਟੇ ਆ ਜੇ, ਨਾ ਕਿ ਦਾਦੂਵਾਲ ਦੀ ਜ਼ਮੀਨ 'ਚ। ਕੋਈ ਪੋਲ ਵੀ ਉਹਨਾਂ ਦੀ ਜ਼ਮੀਨ 'ਚ ਜਿਹੜਾ ਉਹ ਨਹੀਂ ਲੱਗਦਾ। ਕਰੀਬ 75 ਫੁੱਟ ਲੈਣ ਜਿਹੜੀ ਆ ਉਹਨਾਂ ਦੀ ਜ਼ਮੀਨ ਦੇ ਉੱਪਰੋਂ ਦੀ ਲੰਘਦੀ ਆ ਤੇ ਉਹਨਾਂ ਨੇ ਜਿਹੜੀ ਲੈਣ ਵਾ ਉਹ ਰੋਕਤੀ ਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਸਿਆਸੀ ਲੀਡਰਾਂ ਦੇ ਦਬਾਅ ਹੇਠ ਆ ਕੇ ਜਿਹੜਾ ਵਾ ਉਹ ਉੱਥੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਜੀ। ਭੈਣੀ ਬਾਂਗਰ 'ਚ ਇੱਕ ਨਵਾਂ ਟਰਾਂਸਫਾਰਮਰ ਮਨਜ਼ੂਰ ਹੋਇਆ ਮੋਟਰਾਂ ਲਈ ਤੇ ਉਹਦਾ ਸਮਾਨ ਡਰਾ ਕਰਵਾਉਣ ਤੋਂ ਬਾਅਦ ਕੱਲ੍ਹ ਅਸੀਂ ਉਹ ਲਾਈਨ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਥੋਂ ਉਸੇ ਪਿੰਡ ਦੇ ਕਿਸਾਨ ਹੈਗੇ ਆ ਦਲਜੀਤ ਸਿੰਘ ਜੀ, ਉਹਨਾਂ ਨੇ ਉਹਨਾਂ ਦੀ ਜ਼ਮੀਨ 'ਚੋਂ ਤਾਰਾਂ ਲੰਘਣੀਆਂ ਸੀਗੀਆਂ ਅਤੇ ਉਹਨਾਂ ਵੱਲੋਂ ਰੋਕ ਦਿੱਤਾ ਗਿਆ ਅਤੇ ਮੌਕੇ 'ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਪਾਸਿਓਂ ਸਹਿਮਤੀ ਬਣੇ, ਪਰੰਤੂ ਮਤਲਬ ਲਾਗੇ ਜਿੰਨੇ ਵੀ ਕਿਸਾਨ ਹੈਗੇ ਆ ਉਹ ਕਿਸੇ ਨੇ ਵੀ ਸਹਿਮਤੀ ਪ੍ਰਗਟ ਨਹੀਂ ਕੀਤੀ ਕਿ ਅਸੀਂ ਕਿਸ ਪਾਸਿਓਂ ਲਾਈਨ ਕੱਢੀਏ। ਤਾਂ ਇਸ ਕਰਕੇ ਕੰਮ ਨੂੰ ਰੋਕਣਾ ਸਾਡੀ ਮਜਬੂਰੀ ਬਣ ਗਈ। ਇਹ ਕੇਸ ਜਿਹੜਾ ਹੈ ਉੱਚ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਅਤੇ ਬਾਕੀ ਜੇ ਸਾਨੂੰ ਇਹ ਕਿਸੇ ਪਾਸਿਓਂ ਸਹਿਮਤੀ ਮਿਲਦੀ ਹੈ ਤੇ ਅਸੀਂ ਉਸੇ ਵੇਲੇ ਕੰਮ ਜਿਹੜਾ ਆ ਉਹ ਨੇਪਰੇ ਚਾੜ ਦੇਵਾਂਗੇ। ਭਾਰਤ ਵਿੱਚ ਕਈ ਗੈਂਗਸਟਰਾਂ ਦੇ ਜਨਮ ਲਿਆ ਤੇ ਕਈ ਖਤਮ ਹੋ ਗਏ ਤੇ ਕੁਝ ਜੇਲ੍ਹਾਂ ਵਿੱਚ ਬੰਦ ਹਨ ਅਤੇ ਕਈਆਂ ਦੀ ਪੁਲਿਸ ਭਾਲ ਕਰ ਰਹੀ ਹੈ। ਗੈਂਗਸਟਰਾਂ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਜੋ ਮਾਝੇ ਦੀ ਧਰਤੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਜਗਦੀਪ ਸਿੰਘ ਉਫ ਜੱਗੂ, ਜੋ ਕਿ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜੱਗੂ ਤੇ ਕਈ ਅਪਰਾਧਕ ਮਾਮਲੇ ਦਰਜ ਹਨ, ਪਰ ਮਾਂ-ਬਾਪ ਲਈ ਉਸਦੇ ਬੱਚੇ ਚੰਗੇ ਹੋਣ ਜਾਂ ਮੰਦੇ ਪਰ ਉਹਨਾਂ ਲਈ ਸੋਨਾ ਹਨ। ਮਾਂ ਹਰ ਹਾਲ ਉਸਦੇ ਜਨਮ ਦਿਨ ਵਾਲੇ ਦਿਨ ਗੁਰੂ ਘਰ ਜਾ ਕੇ ਉਸਦੀ ਲੰਬੀ ਉਮਰ ਲਈ ਅਰਦਾਸ ਕਰਦੀ ਹੈ। ਮਹਾਰਾਜ ਹਰ ਇੱਕ ਦੇ ਬੱਚੇ ਦੀ ਚੜ੍ਹਦੀ ਕਲਾ ਕਰੇ। ਤੇ ਪਰ ਇੱਕ ਮੇਰੀ ਰਿਕੁਐਸਟ ਆ ਪ੍ਰੈਸ ਵਾਲਿਆਂ ਦੇ ਗਾੜੀ ਵੀ ਵੱਧ ਚੜ੍ਹਾ ਕਰਕੇ ਕੋਈ ਗੱਲ ਨਾ ਕਰਿਆ ਕਰਨ, ਕਿਉਂਕਿ ਝੂਠ ਸੱਚ ਉੱਥੇ ਫਰੋਤੀ ਮੰਗੀ ਉੱਥੇ ਫਰੋਤੀ ਮੰਗੀ ਇਹ ਗੱਲ ਨਾ ਕਰਿਆ ਕਰਨ, ਕਿਉਂਕਿ ਮੇਰੇ ਬੇਟੇ ਕੋਲ ਤਾਂ ਫੋਨ ਹੈ ਹੀ ਨਹੀਂ ਆ ਜਿਹੜਾ ਵੀ ਉਹਨੇ ਫਰੋਤੀਆਂ ਮੰਗਣੀਆਂ। ਝੂਠ ਜੋ ਮਰਜ਼ੀ ਕੋਈ ਕਹਿੰਦਾ ਰਹੇ, ਕਿਉਂਕਿ ਮੈਨੂੰ ਪਤਾ ਮੇਰੇ ਬੱਚੇ ਦਾ ਮੈਨੂੰ ਨਹੀਂ ਫੋਨ ਆਉਂਦਾ ਤੇ ਲੋਕਾਂ ਨੂੰ ਕਿੱਥੋਂ ਫੋਨ ਆਉਂਦਾ। ਤੇ ਗੈਂਗਸਟਰ ਬਣਾਇਆ ਤੁਹਾਨੂੰ ਪਤਾ ਹਾਲਾਤਾਂ ਨੇ। ਮੈਂ ਗੈਂਗਸਟਰ ਘਰੋਂ ਥੋੜ੍ਹਾ ਜੰਮ ਕੇ ਗੈਂਗਸਟਰ, ਮੈਂ ਤਾਂ ਪੜ੍ਹਾਇਆ ਲਿਖਾਇਆ ਸੀ ਕਿ ਜਿੱਦਾਂ ਮੇਰਾ ਦੂਜਾ ਬੇਟਾ ਫੋਰਨ ਗਿਆ ਇਹ ਵੀ ਜਾਏ, ਪਰ ਮੇਰੇ ਬੱਚੇ ਤੇ ਹਾਲਾਤ ਹੀ ਇਹੋ ਜਿਹੇ ਬਣਾ ਤੇ ਉਹਨੂੰ ਗੈਂਗਸਟਰਾਂ ਦਾ ਅਹੁਦਾ ਦੇਤਾ ਤੇ ਅੱਜ ਉਹਨੂੰ ਹਾਈਲਾਈਟ ਬਣਾ ਛੜਿਆ। ਪਰ ਜੋ ਉਹਦੇ ਨਾਲ ਜੋ ਉਹਨੂੰ ਕਹਿੰਦੇ ਉਹ ਬੱਚਾ ਮੇਰਾ ਉਹ ਨਹੀਂਗਾ ਵੀ ਇੱਦਾਂ ਵੱਡਾ ਬਦਮਾਸ਼ ਨਹੀਂ ਜਿੱਡਾ ਇਹਨਾਂ ਬਣਾ ਛੜਿਆ ਵਾ।
ਪੋਲੀਟੀਕਲ ਬੰਦਿਆਂ ਨੇ ਵਰਤਿਆ ਤੇ ਬਾਅਦ 'ਚ ਉਹਨੂੰ ਗੈਂਗਸਟਰ ਬਣਾਤਾ। ਇੱਕ ਮੈਂ ਹਾਈ ਕੋਰਟ ਪਟੀਸ਼ਨ ਅੱਗੇ ਵੀ ਪਾਈ ਤੇ ਹੁਣ ਵੀ ਪਾਈ ਜੇ। ਉਹਦੇ 'ਚ ਮੰਗ ਕੀਤੀ, ਗੱਡੀ ਮੰਗੀ ਬੁਲਟ ਪ੍ਰੂਫ ਤੇ ਜੈਕਟ ਤੇ ਵੱਧ ਤੋਂ ਵੱਧ ਮਤਲਬ ਸਿਕਿਉਰਿਟੀ ਨਾਲ ਹੋਵੇ ਜਦੋਂ ਉਹਨੂੰ ਪੇਸ਼ੀ ਤੇ ਲੈ ਕੇ ਜਾਣਾ। ਕਿਉਂਕਿ ਸਾਨੂੰ ਖਤਰਾ, ਸਾਨੂੰ ਇੰਟਰ ਪਾਰਟੀ ਕੋਲ ਖਤਰਾ ਤੇ ਪੰਜਾਬ ਪੁਲਿਸ ਕੋਲ ਵੀ ਕੁਝ ਵੀ ਇਹ ਕਰ ਸਕਦੀ ਹੈ। ਹਾਂ, ਕਰੋਨਾ ਵਾਰੀ ਵੀ ਸਾਡੇ ਨਾਲ ਵੇਖੋ ਕਿੱਡਾ ਵੱਡੀ ਵਧੀਕੀ ਹੋਣ ਲੱਗੀ। ਮੈਂ ਬਟਾਲੇ ਜਾ ਕੇ ਰੌਲਾ ਪਾਇਆ ਤੇ ਪ੍ਰਮਾਤਮਾ ਨੇ, ਗੁਰੂ ਤੇਗ ਬਹਾਦਰ ਨੇ, ਬਾਬਾ ਬੁੱਢਨ ਸ਼ਾਹ ਨੇ ਮੇਰੀ ਬਾਂਹ ਫੜੀ। ਤੇ ਹੁਣ ਵੀ ਸਾਨੂੰ ਇਹੋ ਡਾਊਟ ਆ ਵੀ ਕਿਤੇ ਪਤਾ ਨਹੀਂ ਹੁੰਦਾ, ਸਰਕਾਰਾਂ ਨਵੀਂ ਬਦਲਦੀ, ਸਰਕਾਰਾਂ ਵੀ ਹੁੰਦੀਆਂ ਜਾਂਦੀਆਂ ਰਹਿੰਦੀਆਂ ਤੇ ਬੰਦੇ ਵੀ, ਪਰ ਲਿੰਕ ਸਾਡੇ ਹਰ ਇੱਕ ਸਰਕਾਰ ਨਾਲ ਹੁੰਦੇ ਆ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ ਵਿੱਚ ਚੋਰਾਂ ਵੱਲੋਂ ਇੱਕ ਰਾਤ ਕੀਤੀ 3 ਘਰਾਂ ਵਿੱਚੋਂ ਚੋਰੀ। ਪੀੜਿਤ ਪਰਿਵਾਰਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਰੋਟੀ ਖਾ ਕੇ ਸੋ ਗਏ। ਜਦ ਸਵੇਰੇ ਅਸੀਂ ਉੱਠੇ ਤਾਂ ਸਾਡੇ ਕਮਰਿਆਂ ਵਿੱਚ ਸਮਾਨ ਖਿਲਰਿਆ ਪਾਇਆ ਸੀ। ਇਸ ਮੌਕੇ ਥਾਣਾ ਸਰਹਾਲੀ ਦੇ SHO ਚਰਨ ਸਿੰਘ ਨੇ ਦੱਸਿਆ ਕਿ 3 ਘਰਾਂ ਦੇ ਵਿੱਚ ਰਾਤ ਚੋਰੀ ਹੋਈ ਸੀ। ਉਹਨਾਂ ਦੇ ਘਰਾਂ ਵਿੱਚ ਖੋਜੀ ਕੁੱਤਿਆਂ ਦੀ ਮਦਦ ਨਾਲ ਛਾਣਬੀਣ ਕੀਤੀ ਜਾ ਰਹੀ ਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਕੀ ਕਰਦੇ ਆ ਵੀ ਦੇਖੋ 1:30 ਵੱਜ ਗਿਆ ਹੁਣ ਤੇ ਜਿਹੜੇ ਅੱਗੇ ਰਾਤ ਫਿਰ ਪੈਣ ਵਾਲੀ ਆ ਤੇ ਕਿੱਦਾਂ ਲੋਕਾਂ ਦਾ ਜੀਣਾ ਹਰਾਮ ਹੋਇਆ ਵਾ। ਤੇ ਅਸੀਂ ਚਾਹੁੰਦੇ ਵੀ ਜਿੱਦਾਂ ਵੀ ਕਰਕੇ ਇਹਨਾਂ ਮੁਲਜ਼ਮਾਂ ਨੂੰ ਫੜ ਕੇ ਛੇਤੀ ਤੋਂ ਛੇਤੀ ਜੇਲ੍ਹ 'ਚ ਭੇਜਿਆ ਜਾਵੇ। ਔਰ ਮੈਂ ਆਪਣੇ ਵੀਰਾਂ ਕੇ ਜਿਹੜੇ ਮੇਰੇ ਪਿੰਡ ਦੇ ਜਾਂ ਲਾਗੇ ਬੰਨੇ ਆ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਦੀ ਕੋਈ ਜ਼ਮਾਨਤ ਕਰਾਉਣ ਨਾ ਜਾਵੇ, ਇਹਨਾਂ ਦੀ ਕੋਈ ਜ਼ਮਾਨਤ ਨਾ ਕਰਾਓ, ਇਹਨਾਂ ਨੂੰ ਅੰਦਰ ਰਹਿਣ ਦਿਓ। ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਆਹ ਮਾੜੇ ਕੰਮ ਕੀਤੇ ਤੇ ਸਾਨੂੰ ਆਹ ਨਤੀਜਾ ਮਿਲ ਰਿਹਾ। ਸਾਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ। ਔਰ ਹੋਰ ਵੀ ਲਾਗੇ ਘਰਾਂ ਵਾਲਿਆਂ ਬੈਂਕਾਂ ਵੀਰਾਂ ਨੂੰ ਕਹਿੰਦੇ ਵੀ ਸਾਰੇ ਰਾਤ ਨੂੰ ਠੀਕ ਤਰੀਕੇ ਨਾਲ ਸੌ ਔਰ ਆਪਣਾ ਧਿਆਨ ਰੱਖੋ ਆਪਣੇ ਘਰਾਂ ਦਾ ਵੀ ਕਿਤੇ ਅੱਜ ਕਿਤੇ ਹੋਰ ਕਿਸੇ ਘਰ ਨਾ ਅਟੈਕ ਕਰਨ, ਕਿਸੇ ਹੋਰ ਦਾ ਨੁਕਸਾਨ ਨਾ ਕਰਨ। ਮੇਰਾ ਨਾਮ ਮਲਕੀਤ ਸਿੰਘ ਬਿੱਟੂ ਜੀ। ਕੀ ਘਟਨਾ ਹੋਈ ਵੀ ਤੁਹਾਡੇ ਕੋਲ? ਇਹ ਜੀ ਗੁਰਮੀਤ ਸਿੰਘ ਠੇਕੇ ਦੇ ਪੈਸੇ ਦੇਣੇ ਹੋਏ ਸੀ ਨੇ ਤੇ ਪੈਸੇ ਆੜਤੀ ਤੋਂ ਮੰਗ ਕੇ ਲੈ ਕੇ ਆਇਆ ਸੀ। ਪੈਸੇ ਲਿਆ ਕੇ ਇਹਨੇ ਅਲਮਾਰੀ ਦੇ ਵਿੱਚ ਰੱਖਤੇ ਤੇ 10 ਵਜੇ ਰੋਟੀ ਰਾਟੀ ਖਾ ਕੇ ਸਾਰਾ ਪਰਿਵਾਰ ਬਾਹਰ, ਗਰਮੀ ਬੜੀ ਆ, ਬਾਹਰ ਸੌਂ ਗਏ ਪੱਖੇ ਲਾ ਕੇ। ਕਿਤੇ ਚੋਰ 12-1 ਵਜੇ ਰਾਤ ਆਏ ਆ ਤੇ ਇਹਨਾਂ ਦੇ ਗਾੜੀ ਕੋਈ ਸਪਰੇਅ ਵਗੈਰਾ ਪਾਤੀ ਆ ਤੇ ਕੁੱਤੇ ਨੂੰ ਵੀ ਕੋਈ ਨਸ਼ੀਲਾ ਪਦਾਰਥ ਦੇਤਾ। ਤੇ ਪਹਿਲੋਂ ਇਹਨਾਂ ਦਾ ਬਾਹਰੋਂ ਜੰਗਲਾ ਵੱਢਦੇ ਰਹੇ ਆ, ਉਹ ਛੋਟਾ ਹੋਣ ਦਾ ਕਰਕੇ ਉਹਦੀ ਨਹੀਂ ਲੰਘਿਆ ਗਿਆ। ਫਿਰ ਇਹ ਬਾਹਰ ਦੀ ਆਏ ਕੰਧ ਟੱਪ ਕੇ ਆਣ ਕੇ ਲੌਬੀ ਦੇ ਵਿੱਚ ਆਣ ਕੇ ਲੌਬੀ ਦਾ ਅੰਦਰੋਂ ਇਹਨਾਂ ਕੁੰਡੀ ਲਾਤੀ ਆ। ਕੁੰਡੀ ਲਾ ਕੇ ਸਾਰੇ ਇਹਨਾਂ ਨੇ ਮੁੜ ਕੇ ਲੰਬਾਰੀਆਂ ਤੋੜੀਆਂ, ਇਹਨਾਂ ਦੀਆਂ ਲੰਬਾਰੀਆਂ ਤੋੜ ਕੇ ਜੋ ਵੀ ਪੈਸਾ ਧੇਲਾ ਜਾਂ ਸੋਨਾ ਸੀ ਉਹ ਲੈ ਗਏ ਆ। ਸੋਨਾ ਖੜ ਕੇ ਫਿਰ ਚਲੇ ਗਏ ਇੱਥੋਂ। ਤੇ ਇਹ ਸਵੇਰੇ 6 ਵਜੇ ਜਦੋਂ ਉੱਠੇ ਆ ਇਹਨਾਂ ਨੇ ਬੂਹਾ ਖੋਲ੍ਹਿਆ, ਬੂਹਾ ਖੁੱਲ੍ਹਾ ਨਹੀਂ। ਇਹਨਾਂ ਨੇ ਕਿਹਾ ਸ਼ਾਇਦ ਗੁਆਂਢੀਆਂ ਦਾ ਮੁੰਡਾ ਅੰਦਰ ਆ ਕੇ ਸੌਂ ਜਾਂਦਾ, ਕਿਤੇ ਉਹਨੇ ਨਾ ਮਾਰਤਾ ਹੋਵੇ। ਇਹਨੇ ਉਹਨੂੰ ਆਵਾਜ਼ਾਂ ਮਾਰੀਆਂ, ਉਹਨਾਂ ਕਿਹਾ ਉਹਦੇ ਆਪਦੇ ਉੱਤੇ ਕਮਰੇ 'ਚ ਸੁੱਤਾ ਵਾ। ਫਿਰ ਉਹਨੇ ਆਣ ਕੇ ਕਿਹਾ ਤੁਹਾਡਾ ਉੱਤੋਂ ਵੀ ਬੂਹਾ ਖੁੱਲ੍ਹਾ ਵਾ। ਜਦੋਂ ਉੱਤੋਂ ਬੂਹਾ ਖੁੱਲ੍ਹਾ ਵਾ ਤੇ ਇਹਨਾਂ ਦੇ ਮਿਸਿਸ ਕਹਿੰਦੇ ਵੀ ਆਪਣੇ ਤੇ ਚੋਰੀ ਹੋ ਗਈ ਜਾਪਦੀ। ਫਿਰ ਉਹਨੇ ਆਣ ਕੇ ਕੁੰਡੀ ਖੋਲ੍ਹੀ, ਅੰਦਰ ਖਲਾਰਾ ਵੇਖ ਕੇ ਰੌਲਾ ਪਾਇਆ। ਚਲੋ ਅਸੀਂ ਗੁਆਂਢੀ ਹਾਂ, ਅਸੀਂ ਭੱਜ ਕੇ ਸਾਰੇ ਇੱਥੇ ਆਏ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹ ਗਰੀਬ ਬੰਦਾ ਵਾ, ਇਹਨੇ ਪਤਾ ਨਹੀਂ ਕਿਸ ਤਰ੍ਹਾਂ ਪੈਸੇ ਲਿਆਂਦੇ ਆ। 4 ਲੱਖ ਰੁਪਈਆ ਦਾ ਚਲੇ ਗਿਆ, 4 ਲੱਖ ਹੋਰ ਫੜੂਗਾ। ਪੰਜਾਬ ਵਿੱਚ ਆਏ ਦਿਨ ਹੋ ਰਹੇ ਕਾਤਲਾਨਾ ਹਮਲਿਆਂ ਵਿੱਚ ਅਨੇਕਾਂ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ, ਪਰ ਪੰਜਾਬ ਵਿੱਚ ਕਿੰਨੂ ਅਵਸਥਾ ਬੁਰੀ ਤਰ੍ਹਾਂ ਨਾਲ ਫੇਲ ਨਜ਼ਰ ਆ ਰਹੀ ਹੈ। ਇੱਕ ਤੋਂ ਇੱਕ ਘਟਨਾ ਰੋਜ਼ਾਨਾ ਉੱਭਰ ਕੇ ਸਾਹਮਣੇ ਆ ਰਹੀ ਹੈ, ਪਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਬੇਖੌਫ ਹੋ ਕੇ ਕਾਤਲਾਨਾ ਹਮਲੇ ਕਰ ਰਹੇ ਹਨ। ਅਜਿਹੀ ਇੱਕ ਮਿਸਾਲ ਅੱਜ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਮੋਗਾ ਜ਼ਿਲ੍ਹੇ ਦੇ ਕਸਬਾ ਬਦਨੀ ਕਲਾ ਵਿੱਚ ਇੱਕ ਕਰੀਬ 28 ਸਾਲਾ ਨੌਜਵਾਨ ਦੇਸ਼ ਰਾਜ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਭਰੇ ਬਾਜ਼ਾਰ ਵਿੱਚ ਗਲਾ ਕੱਟ ਦਿੱਤਾ ਗਿਆ। ਉਕਤ ਨੌਜਵਾਨ ਜ਼ਖਮੀ ਹਾਲਤ ਵਿੱਚ ਕਾਫੀ ਦੇਰ ਸੜਕ ਤੇ ਤੜਫਦਾ ਰਿਹਾ ਤੇ ਬਾਅਦ ਵਿੱਚ ਇਕੱਤਰ ਲੋਕਾਂ ਨੇ ਉਸ ਨੌਜਵਾਨ ਨੂੰ ਚੁੱਕ ਕੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਰਸਤੇ ਵਿੱਚ ਆਉਂਦਿਆਂ ਉਕਤ ਨੌਜਵਾਨ ਦੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਉਹ ਪੇਸ਼ੈਂਟ ਦਾ ਨਾਮ ਦੇਸਰਾਜ ਸਿੰਘ ਹੈ, ਸਨ of ਬੂਟਾ ਸਿੰਘ, ਰੈਜ਼ੀਡੈਂਟ of ਬੰਦਨੀ ਕਲਾ, ਏਜ 20 ਇਅਰਸ ਮੇਲ ਹੈ। ਸਾਡੇ ਕੋਲ ਇੱਥੇ ਬ੍ਰੌਡ ਡੈਡ ਹੀ ਆਇਆ ਹੈ। ਉਹ ਕਹਿ ਰਹੇ ਹੈ ਕਿ ਅਸੌਲਟ ਦਾ ਕੇਸ ਹੈ। ਉਹਨਾਂ ਦਾ ਜਿਹੜੀ ਇਨਸੀਡੈਂਸ ਹੈ ਲੋਪੋ ਚੌਂਕ ਕੋਲੇ ਹੋਇਆ ਸੀਗਾ। ਕੁਝ ਪਤਾ ਲੱਗਿਆ ਕਿ ਇਹਨੇ ਇਕੱਲਾ ਹੀ ਆਇਆ ਕੋਈ ਹੋਰ ਵੀ ਆਇਆ ਨਾਲ? ਇਹਦੇ ਫਰੈਂਡਸ ਆਏ ਹੋਏ ਆ ਨਾਲ। ਮਾਮਲਾ ਕੀ ਪਤਾ ਲੱਗਿਆ ਕੁਝ? ਲੜਾਈ ਝਗੜੇ ਦਾ ਹੀ ਕਹਿ ਰਹੇ, ਬਾਕੀ ਹੋਰ ਖਾਸ ਉਹਨਾਂ ਨੇ ਦੱਸਿਆ ਨਹੀਂ। ਬ੍ਰਹਮ ਗਿਆਨੀ ਨਾਮ ਦੇ ਰਸੀਏ ਵਿਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਸੰਬੰਧੀ 3 ਰੋਜ਼ਾ ਗੁਰਮਤ ਸਮਾਗਮ ਤੇ ਸਾਲਾਨਾ ਧਾਰਮਿਕ ਜੋੜ ਮੇਲਾ ਸਮਾਪਤ ਹੋ ਗਿਆ। ਇਸ ਦੌਰਾਨ ਤਿੰਨੇ ਹੀ ਦਿਨ ਕੀਰਤਨ ਦਾ ਪ੍ਰਵਾਹ ਚੱਲਿਆ ਤੇ ਢਾਡੀ ਦਰਬਾਰ, ਧਾਰਮਿਕ ਨਾਟਕ, ਅੰਮ੍ਰਿਤ ਸੰਚਾਰ, ਮੈਡੀਕਲ ਕੈਂਪ ਲਗਾਏ ਗਏ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ। ਇਸ ਸੰਬੰਧ ਵਿੱਚ ਅੱਜ ਆਖਰੀ ਦਿਨ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਗੁਰਮਤ ਸਮਾਗਮਾਂ ਤਹਿਤ ਕੀਰਤਨ ਦਾ ਪ੍ਰਵਾਹ
ਚੱਲਦਾ ਰਿਹਾ, ਜਿਸ ਵਿੱਚ ਰਾਗੀ ਜਥਿਆਂ ਸਮੇਤ ਕਵੀਸ਼ਰੀ ਤੇ ਕਥਾਵਾਚਕ ਨੇ ਕਥਾਵਾਚਕ ਕੀਰਤਨ ਰਾਹੀਂ ਸੰਗਤਾਂ ਨੂੰ ਨਾਮੀ ਬਾਣੀ ਨਾਲ ਜੋੜਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਨੂੰ ਸਮਰਪਿਤ ਕਰਕੇ ਬਾਬਾ ਪ੍ਰੇਮ ਸਿੰਘ ਦੀ ਯਾਦ ਵਿੱਚ ਜਿਹੜਾ ਸਾਲਾਨਾ ਸਮਾਗਮ ਕੀਤਾ ਗਿਆ। ਮੈਂ ਜਿੱਥੇ ਗੁਰੂ ਸਾਹਿਬ ਜੀ ਦੇ ਅੱਗੇ ਪ੍ਰਣਾਮ ਕਰਕੇ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ, ਉੱਥੇ ਨਾਲ ਨਾਲ ਸਾਰੀ ਸੰਗਤ ਅਥਾਹ ਸ਼ਰਧਾ, ਬਹੁਤ ਭੈ ਭਾਵਨੀ ਵਿੱਚ ਤੇ ਬਹੁਤ ਸਤਿਕਾਰ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਲਗਾਤਾਰ 1 ਜੂਨ 2 ਜੂਨ 3 ਜੂਨ ਤੋਂ 24 ਘੰਟੇ ਬਾਬਾ ਜੀ ਦੇ ਸਥਾਨ ਤੇ ਪਹੁੰਚ ਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੂੰ ਸ਼ਰਧਾ ਦੀ ਫੁੱਲ ਭੇਂਟ ਕੀਤੇ। ਮੈਂ ਸਾਰੇ ਕੀਰਤਨੀ ਜਥੇ, ਢਾਡੀ, ਪ੍ਰਚਾਰਕ, ਆਈਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਅਰਦਾਸ ਕਰ ਰਹੀਆਂ ਸਨ, ਜੋ ਇਸ ਸਮਾਗਮ ਨੂੰ ਸੁਣ ਰਹੀਆਂ ਸਨ, ਉਹਨਾਂ ਸਾਰਿਆਂ ਦਾ ਵੀ ਧੰਨਵਾਦ। ਜਿਹੜੇ ਨਹੀਂ ਪਹੁੰਚ ਸਕੇ, ਜਿਹੜੇ ਆਏ, ਉਹਨਾਂ ਵਾਸਤੇ ਜਿੱਥੇ ਧੰਨਵਾਦ ਵੀ ਹੈ, ਉੱਥੇ ਉਹਨਾਂ ਨੇ ਕੀਤੀਆਂ ਸੇਵਾਵਾਂ, ਭੇਟਾਵਾਂ ਵੱਖ-ਵੱਖ ਢੰਗ ਦੇ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲਵਾਈ। ਉਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਵੱਡਾ ਬਲ ਦਿੱਤਾ ਕਿ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਸਨ, ਅਥਾਹ ਸਮੁੰਦਰ ਇੱਥੇ ਚੱਲ ਰਿਹਾ ਸੀ। ਮੈਂ ਸਭ ਸੰਗਤਾਂ ਨੂੰ ਬਹੁਤ ਸਤਿਕਾਰ ਦੇ ਨਾਲ, ਨਿਮਰਤਾ ਦੇ ਨਾਲ ਧੰਨਵਾਦ ਕਰਨੀ ਹੈ, ਜਿਨ੍ਹਾਂ ਨੇ ਬੜੇ ਹੀ ਪਿਆਰ ਤੇ ਸ਼ਰਧਾ ਦੇ ਨਾਲ ਇਸ ਬਾਬਾ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਬਹੁਤ ਪਿਆਰ ਦੇ ਨਾਲ ਮਨਾਇਆ। ਸਾਰਿਆਂ ਦਾ ਧੰਨਵਾਦ। ਔਰ ਮੇਰੇ ਵੱਲੋਂ ਕੋਈ ਸੇਵਾ 'ਚ ਕਮੀਆਂ ਰਹਿ ਗਈਆਂ ਹੋਣ, ਕੋਈ ਉਹਨਾਂ ਦੀ ਆਮਦ ਵਿੱਚ ਕਮੀ ਤਕਲੀਫ ਹੋਈ ਹੋਵੇ, ਕਿਸੇ ਕਿਸਮ ਦੀ ਕੋਈ ਬੋਲਿਆ ਚਾਲਿਆ ਸ਼ਬਦ ਕਿਸੇ ਨੂੰ ਕਿਸੇ ਕਿਸਮ ਦਾ ਮਹਿਸੂਸ ਹੋਇਆ ਹੋਵੇ, ਸਭਨਾਂ ਨੂੰ ਮਾਫੀ ਮੰਗਦੀ ਹੈ। ਔਰ ਮੈਂ ਸਮਝਦੀ ਹਾਂ ਕਿ ਆਓ ਸਾਰੇ ਰਲ ਕੇ ਆਪਾਂ ਬਾਬਾ ਪ੍ਰੇਮ ਸਿੰਘ ਦੇ ਮਿਸ਼ਨ ਨੂੰ ਅੱਗੇ ਤੋਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਜੀਟੀ ਰੋਡ ਤੇ ਸਥਿਤ ਇੱਕ ਹੋਟਲ ਦੇ ਬਾਹਰ ਹਵਾਈ ਫਾਇਰਿੰਗ ਕਰਕੇ ਮੌਕੇ ਤੇ ਕਾਰ ਵਿੱਚ ਫਰਾਰ ਹੋਏ 4 ਨੌਜਵਾਨਾਂ ਵਿੱਚੋਂ 3 ਨੌਜਵਾਨਾਂ ਨੂੰ ਕਾਰ ਸਮੇਤ ਕੁਝ ਹੀ ਘੰਟਿਆਂ ਵਿੱਚ ਧਾਰੀਵਾਲ ਪੁਲਿਸ ਨੇ ਕੀਤਾ ਗ੍ਰਿਫਤਾਰ। ਦੋਸ਼ੀਆਂ ਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ। ਕੱਲ ਲੇਟ ਰਾਤ ਜਿਹੜਾ ਘੱਲੂਘਾਰਾ ਵੀਕ ਚੱਲ ਰਿਹਾ, ਉਹਦੇ ਸਬੰਧ ਵਿੱਚ ਨਾਕੇ ਲਗਾ ਕੇ ਸਰਚ ਅਭਿਆਨ ਜਿਹੜਾ ਸ਼ੁਰੂ ਕੀਤਾ ਹੋਇਆ ਸੀ। ਇਸੇ ਦੌਰਾਨ ਹੀ ਤਮਰਡਨ ਜਿਹੜਾ ਰੈਸਟੋਰੈਂਟ ਆ, ਉਹਦੇ ਬਾਹਰ ਕੋਈ ਫਾਇਰਿੰਗ ਦੀ ਆਵਾਜ਼ ਆਈ ਆ ਤੇ ਯਕਦਮ ਮੈਂ ਐਕਸ਼ਨ ਵਿੱਚ ਆ ਕੇ ਆਪਣੀ ਫੋਰਸ ਲੈ ਕੇ ਤੇ ਉੱਥੇ ਮੈਂ ਪਹੁੰਚਾ। ਜਦ ਮੈਂ ਪਹੁੰਚਦਾ ਤੇ ਉਹ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਨੇ ਥੋੜੀ ਦੂਰੀ ਤੇ ਨਾਕਾਬੰਦੀ ਕੀਤੀ ਹੋਈ ਹੈ। ਉਹ ਆਪਣੀ ਗੱਡੀ ਲੈ ਕੇ ਫਾਇਰਿੰਗ ਕਰਕੇ ਹਵਾ ਦੇ ਵਿੱਚ ਤੇ ਉਹ ਫਰਾਰ ਹੋ ਗਏ। ਮੈਂ ਮੌਕੇ ਤੇ ਮਤਲਬ ਜਿਹੜਾ CCTV ਕੈਮਰੇ ਲੱਗੇ ਹੋਏ ਆ ਟਮਰੰਡਨ ਰੈਸਟੋਰੈਂਟ ਦੇ, ਉਹ ਮੈਂ ਖੰਗਾਲੇ। ਉਹਦੇ ਵਿੱਚੋਂ ਮੈਨੂੰ ਗੱਡੀ ਜਿਹੜੀ ਯੂਜ਼ ਹੋਈ ਹੈ ਜਿਹਦੇ ਵਿੱਚ ਗਏ ਆ ਹਮਲਾਵਰ, ਉਹਨਾਂ ਦਾ ਨੰਬਰ PB06AD 5252 ਬਲੈਨੋ ਕਾਰ ਜਿਹੜੀ ਉਹ ਟਰੇਸ ਹੋ ਗਈ। ਜਦੋਂ ਮੈਂ ਬਲੈਨੋ ਕਾਰ ਟਰੇਸ ਕੀਤੀ ਤੇ ਉਹਦਾ ਫਿਰ ਮੈਂ ਜਦੋਂ ਵਾਹਨ ਪ੍ਰੋਜੈਕਟ ਵਿੱਚ ਪਾ ਕੇ ਇਮੀਡੀਏਟਲੀ ਉਹਦੇ ਮਾਲਕ ਦਾ ਨੰਬਰ ਜਿਹੜਾ ਉਹ ਦੀਪਕ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਕਾਦੀਆਂ ਜਿਹੜਾ ਪਤਾ ਲੱਗ ਗਿਆ। ਫਿਰ ਮੈਂ ਮੁੜ ਕੇ CCTV ਕੈਮਰੇ ਵੇਖ ਕੇ ਉਹ ਜਿਹੜੇ ਟੇਬਲ ਤੇ ਬੈਠੇ ਸੀ ਉਹਨਾਂ ਤੋਂ ਵੀ ਫਿਰ ਇਨਵੈਸਟੀਗੇਸ਼ਨ ਜਦੋਂ ਚੱਲੀ, ਉਹਦੇ ਵਿੱਚ ਫਿਰ ਜਿਹੜੇ ਉਹ 4 ਬੰਦੇ ਜਿਹੜੇ ਪਤਾ ਮੈਨੂੰ ਲੱਗ ਗਿਆ, ਜਿਹਦੇ ਵਿੱਚ ਦੀਪਕ ਕੁਮਾਰ ਜਿਹੜਾ ਗੱਡੀ ਦਾ ਮਾਲਕ ਹੈ, ਤੇ ਸੈਕੰਡ ਜਿਹੜਾ ਕਰਨਦੀਪ ਸਿੰਘ ਪੁੱਤਰ ਰੁਪਿੰਦਰ ਸਿੰਘ, ਅਭਿਸ਼ੇਕ ਗੁਪਤਾ ਪੁੱਤਰ ਨਰਿੰਦਰ ਕੁਮਾਰ, ਨਵਲ ਵਾਸੀ ਫਤਿਹ ਨੰਗਲ। ਇਹ 4 ਬੰਦੇ ਜਿਹੜੇ ਇਸ ਘਟਨਾ, ਇਸ ਵਾਰਦਾਤ ਵਿੱਚ ਸ਼ਾਮਲ ਸੀ। ਫਿਰ ਮੈਂ SHO ਕਾਦੀਆਂ ਦੀ ਮਦਦ ਦੇ ਨਾਲ ਆਪਾਂ ਦੋਨਾਂ ਨੇ ਜੁਆਇੰਟ ਆਪਰੇਸ਼ਨ ਕਰਕੇ ਤੇ ਨਾਕਾਬੰਦੀ ਦੇ ਦੌਰਾਨ ਜਿਹੜੇ ਆ ਇਹ 3 ਬੰਦੇ ਜਿਹੜੇ ਆ ਉਹ ਆਪਾਂ ਮੌਕੇ ਤੇ ਗੱਡੀ ਸਮੇਤ, ਵੈਪਨ ਸਮੇਤ ਜਿਹੜੇ ਅਰੈਸਟ ਕਰਕੇ FIR ਦਰਜ ਕਰ ਦਿੱਤੀ ਆ। ਜਿਹੜਾ ਨਵਲ ਹੈ ਉਹ ਅਜੇ ਫਰਾਰ ਆ। ਉਹਦੀ ਗ੍ਰਿਫਤਾਰੀ ਲਈ ਜਿਹੜੀ ਆ ਉਹ ਛਾਪੇਮਾਰੀ ਜਿਹੜੀ ਕੀਤੀ ਜਾ ਰਹੀ ਆ। ਤਫਤੀਸ਼ ਜਿਹੜੀ ਆ ਉਹ ਚੱਲ ਰਹੀ ਆ। ਇਹਦੇ ਵਿੱਚ ਹੋਰ ਜੋ ਵੀ ਖੁਲਾਸੇ ਆਉਣਗੇ ਉਹ ਆਪਾਂ ਤੁਹਾਡੇ ਸਾਹਮਣੇ ਲਿਆਵਾਂਗੇ। ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਸਵਾਰ 3 ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਸ਼ਨਾਖਤ ਸਰਬਜੀਤ ਕੌਰ ਉਮਰ 42 ਸਾਲ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਉਹ ਮੋਟਰਸਾਈਕਲ ਤੇ ਦੋਵੇਂ ਪਤੀ ਪਤਨੀ ਅਤੇ ਇੱਕ ਉਹਨਾਂ ਦੀ ਛੋਟੀ ਜਿਹੀ ਭਤੀਜੀ ਸਵਾਰ ਸਨ। ਘਟਨਾ ਸਥਾਨ ਤੇ ਪਹੁੰਚ ਕੇ ਥਾਣਾ ਵੈਰੋਵਾਲ ਦੀ ਪੁਲਿਸ ਵੱਲੋਂ ਬੱਸ ਅਤੇ ਬੱਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਤਾਂ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਰਵਿੰਦਰ ਸਿੰਘ
ਸੁਖਵਿੰਦਰ ਸਿੰਘ ਜੀ, ਆ ਜਿਹੜੀ ਆਪਣੇ ਸਰਬਜੀਤ ਕੌਰ ਦੀ ਮੌਤ ਹੋਈ ਕਿੱਦਾਂ ਹੋਈ ਏ? ਪਤਾ ਲੱਗਾ ਜੀ ਐਕਸੀਡੈਂਟ ਹੋਇਆ ਪਿੱਛੋਂ ਮਿੰਨੀ ਬੱਸ ਵੱਜੀ ਇਹਨਾਂ ਦੇ ਮੋਟਰਸਾਈਕਲ ਖੜਿਆਂ ਦੇ ਛਬੀਲ ਤੋਂ ਪਾਣੀ ਪੀਣ ਡਏ ਸੀ, ਪਿੱਛੋਂ ਮੋਟਰਸਾਈਕਲ ਵੱਜਿਆ, ਪਿੱਛੋਂ ਗੱਡੀ ਮਾਰੀ ਮਿੰਨੀ। ਇਹ ਕਿੰਨੇ ਜਣੇ ਮੋਟਰਸਾਈਕਲ ਤੇ ਸਵਾਰ? 3 ਜਣੇ। ਅੱਛਾ, ਤੇ ਦੂਜੇ ਬਾਕੀਆਂ ਦੇ ਵੀ ਸੱਟਾਂ ਲੱਗੀਆਂ? ਹਾਂਜੀ, 2 ਦੇ ਸੁੱਟਾਂ ਲੱਗੀਆਂ, ਬਾਕੀ ਉਹਦੀ ਮੌਤ ਹੋ ਗਈ ਬਲੀ ਜੀ। ਕੀ ਮੰਗ ਕਰਦੇ ਤੁਸੀਂ ਹੁਣ ਸਰਕਾਰ ਕੋਲੋਂ, ਆਪਣੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ? ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ, ਜਿਨ੍ਹਾਂ ਨੇ ਮਾਰੀ ਬੱਸ ਦੇ ਖਿਲਾਫ ਕਾਰਵਾਈ ਸਖਤ ਹੋਣੀ ਚਾਹੀਦੀ ਹੈ। ਇੰਦਰ ਸਿੰਘ। ਕੀ ਗੱਲਬਾਤ ਹੋਈ ਜਿਹੜਾ ਐਕਸੀਡੈਂਟ ਹੋਇਆ, ਤੁਹਾਡੇ ਮਿਸਿਸ ਦੀ ਮੌਤ ਹੋਈ ਹੈ, ਕੀ ਗੱਲ ਹੋਈ? ਬਹੁਤ ਗੱਲ ਤੇ ਜੜੇਲੇ ਲੋਂ ਆ ਰਹੇ ਹਾਂ ਤੇ ਰਾਹ ਛਪੀਲ ਲੱਗੀ, ਪਾਣੀ ਪੀਣ ਡਏ, ਮਗਰੋਂ ਬੱਸ ਆਈ, ਉਹਨੇ ਮਗਰਲੇ ਪਾਸੋਂ ਮਾਰੀ ਆ ਤੋ ਗਾੜੀ ਡੇਪੀ ਟਾਇਰ ਤੇ, ਰਸਤੇ 'ਚ ਜਾਂਦੇ ਮੌਤ ਹੋ ਗਈ। ਕਿੱਥੇ ਖੜਿਆ ਇਲਾਜ ਵਾਸਤੇ ਉਹਨਾਂ ਨੂੰ? ਇਲਾਜ ਵਾਸਤੇ ਉਹਨਾਂ ਨੂੰ ਜੈਨ ਹਸਪੀਟਲ ਖੜਿਆ ਸਰ, ਪਹਿਲਾਂ ਉਹਨਾਂ ਮੁੜ ਕੇ ਉਹਨਾਂ ਗਿਆ ਵੀ ਅਮਨਦੀਪ ਹਸਪੀਟਲ ਲੈ ਜਾਓ, ਰਸਤੇ 'ਚ ਮੌਤ ਹੋ ਗਈ। ਕੀ ਮੰਗ ਕਰਦੇ ਤੁਸੀਂ ਹੁਣ ਆਪਣੇ ਸਰਕਾਰ ਕੋਲੋਂ, ਪ੍ਰਸ਼ਾਸਨ ਕੋਲੋਂ? ਕਰ ਸਕਦੇ ਸਰ, ਜੋ ਹੋ ਗਿਆ ਉਹ ਤੇ ਹੁਣ ਮੁੜ ਤੇ ਆਉਣਾ ਹੀ ਨਹੀਂ ਹੈ, ਜਿਵੇਂ ਕਹਿੰਦੇ ਵੀ ਪਰਚਾ ਹੋ ਗਿਆ ਜੇ। ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਮਰਦਾਨਾ ਦੀਵਾਨ ਹਾਲ 'ਚ ਅੱਜ ਇੱਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ। ਬਜ਼ੁਰਗ ਦੀ ਪਛਾਣ ਨਹੀਂ ਹੋ ਸਕੀ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੇ ਪਹੁੰਚ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ASI ਸੁਬੇਗ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਰਦੁਆਰਾ ਸਾਹਿਬ ਤੋਂ ਸੂਚਨਾ ਮਿਲੀ ਸੀ ਕਿ ਦੀਵਾਨ ਹਾਲ 'ਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ। ਮੈਂ ਸ਼ਵੇਕ ਸਿੰਘ ASI ਥਾਣਾ ਸੁਲਤਾਨਪੁਰ ਲੋਧੀ ਲੱਗਾ ਹੋਇਆ। ਅੱਜ ਬਤੌਰ ਡਿਊਟੀ ਅਫਸਰ ਸਮੇਤ ਸੁਖਦੇਵ ਸਿੰਘ ਦੇ ਹਾਜ਼ਰ ਸੀ ਤੇ ਮੁਨਸ਼ੀ ਦਾ ਫੋਨ ਆਇਆ ਵੀ ਗੁਰਦੁਆਰਾ ਬੇਰ ਸਾਹਿਬ ਦੀਵਾਨ ਹਾਲ ਦੇ ਵਿੱਚ ਕਿਸੇ ਬਜ਼ੁਰਗ ਦੀ ਬੋਡੀ ਪਈ ਆ ਤੇ ਜਾ ਕੇ ਦੇਖਿਆ ਜਾਵੇ, ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਪੁੱਜ ਕੇ ਜਦੋਂ ਅਸੀਂ ਆਲਿਓਂ ਦੁਆਲਿਓਂ ਪਤਾ ਕੀਤਾ ਸਾਰੀ ਗੱਲਬਾਤ ਦਾ ਤੇ ਇੱਥੋਂ ਸੇਵਾਦਾਰ ਰਣਜੀਤ ਸਿੰਘ ਜੀ ਆਏ ਆ, ਜਿਨ੍ਹਾਂ ਨੇ ਆਪਣਾ ਬਿਆਨ ਲਿਖਾਇਆ ਵੀ ਇਹ ਬਜ਼ੁਰਗ ਰਾਤ ਆਇਆ ਸੀਗਾ ਤੇ ਇਹਦੇ ਸੱਟ ਥੋੜ੍ਹੀ ਜਿਹੀ ਲੱਗੀ ਹੋਈ ਸੀ ਤੇ ਕੱਪੜਿਆਂ ਨੂੰ ਖੂਨ ਲੱਗਾ ਸੀ, ਜਿਸ ਬਾਰੇ ਉਹਨੇ ਪੁੱਛਿਆ ਵੀ ਕੀ ਗੱਲ ਹੋਈ ਸੀ। ਜਿਹਨੇ ਦੱਸਿਆ ਕਿ ਮੈਂ ਅਚਾਨਕ ਡਿੱਗ ਪਿਆ ਸੀ, ਡਿੱਗਣ ਕਰਕੇ ਮੇਰੇ ਜਿਹੜੀ ਉਹ ਕੱਪੜਿਆਂ ਨੂੰ ਖੂਨ ਲੱਗ ਗਿਆ ਸੀਗਾ ਤੇ ਜਿਹਦਾ ਫਿਰ ਉਹਨਾਂ ਦੱਸਿਆ ਵੀ ਸਵੇਰੇ ਵੀ ਇਹਦਾ ਹਾਲ ਚਾਲ ਪੁੱਛਿਆ ਤੇ ਪੁੱਛਣ ਤੋਂ ਬਾਅਦ ਇਹਨੂੰ ਪਾਣੀ ਪਿਆਇਆ। ਪਾਣੀ ਪਿਆਉਣ ਤੋਂ ਕਰੀਬ ਘੰਟੇ ਕੁ ਬਾਅਦ ਦੇਖਿਆ ਵਾ ਤੇ ਇਹ ਪੂਰੇ ਹੋ ਚੁੱਕੇ ਸੀਗੇ ਤੇ ਜਿਸ ਸੰਬੰਧੀ ਉਹਨਾਂ ਦਾ ਬਿਆਨ ਲਿਖਿਆ ਤੇ 176 ਦੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾ ਰਹੀ ਆ। ਕਾਰਵਾਈ ਪੂਰੀ ਕਰਨ ਤੋਂ ਪਹਿਲਾਂ ਜਿਹੜਾ ਵਾ ਇਹਦੀ ਪਹਿਚਾਣ ਵਾਸਤੇ ਇਹਨੂੰ 72 ਘੰਟਿਆਂ ਲਈ ਜਿਹੜਾ ਵਾ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਾਇਆ ਗਿਆ ਵਾ। ਅਗਰ ਜੇ ਤਾਂ ਕੋਈ ਪਛਾਣ ਹੋ ਜਾਂਦੀ ਤੇ ਬੈਟਰ, ਨਹੀਂ ਹੁੰਦੀ ਤੇ ਫਿਰ ਜਿਹੜਾ ਵਾ ਇਹਨੂੰ ਜੋ ਬਣਦਾ ਕਾਰਵਾਈ ਉਹਦੇ ਹਿਸਾਬ ਨਾਲ ਸੰਸਕਾਰ ਕੀਤਾ ਜਾਊਗਾ। ਇਹਦੇ ਕੱਪੜੇ ਜਿਹੜੇ ਆ ਉਹ ਨੀਲੇ ਰੰਗ ਦਾ ਪਾਇਆ, ਪਰਨਾ ਬੰਨਿਆ ਤੇ ਸਲੇਟੀ ਰੰਗ ਦਾ ਜਿਹੜਾ ਵਾ ਕਮੀਜ਼ ਜਮਾ ਪਾਇਆ, ਪੈਰੋਂ ਨੰਗਾ ਵਾ ਤੇ ਉਮਰ ਕਰੀਬ ਇਹਦੀ ਕੋਈ 60 ਤੋਂ 65 ਦੇ ਏੜ-ਗੇੜ ਹੋਊ। ਨਕੋਦਰ ਦੇ ਸਦਰ ਥਾਣਾ ਮੁਖੀ ਹਰਜਿੰਦਰ ਸਿੰਘ ਦੀ ਬਦਲੀ ਹੋਣ ਦੇ ਬਾਅਦ ਨਕੋਦਰ ਥਾਣਾ ਮੁਖੀ ਦਾ ਚਾਰਜ ਬਿਸਮਨ ਸਿੰਘ ਨੇ ਸੰਭਾਲਿਆ ਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਬੁਰੇ ਕੰਮ ਨਾ ਛੱਡੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਘੱਲੂਘਾਰਾ ਦਿਵਸ ਦੇ ਸੰਬੰਧ ਵਿੱਚ ਕਿਹਾ ਕਿ ਸਾਡੀਆਂ ਪੁਲਿਸ ਪਾਰਟੀਆਂ ਵੱਲੋਂ ਜਗ੍ਹਾ ਜਗ੍ਹਾ ਨਾਕੇ ਲਗਾ ਦਿੱਤੇ ਗਏ ਹਨ ਤਾਂ ਕਿ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਰਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ। मैं बस यही कहना चाहता जी कि सीनियर ऑफिसर्स ने मौका दिता इस एरिए की सेवा करने का तो फिर मैं परसों अपना चार्ज संभाल लिया सीगा तो अगे जाके हुण इस एरिए से ड्यूटी करनी है तो बैड एलीमेंट्स को कंट्रोल करने की कोशिश करनी है, प्रिवेंटिव मैजर्स लेने तो जिन्ना हो सके वध वध क्राइम नूं खत्म करने की कोशिश करनी है। सर जिवें कि 6 तरीक नूं घੱਲੂਘਾਰਾ दिवस आ रहा जी, की प्रबंध किए गए हैं? घੱਲੂਘਾਰਾ ਲਈ जी बहुत सारे प्रबंध किए गए कि पीसफुली जो समा लंघ जाए तो अमन शांति एरिए से बनी रहे। ਇਹਦੇ ਵਿੱਚ ਆਪਾਂ ਸਪੈਸ਼ਲ ਚੈਕਿੰਗਸ ਲਗਾਈਆਂ, ਸਪੈਸ਼ਲ ਟੀਮਸ ਕੀਤੀਆਂ। ਬੈਡ ਐਲੀਮੈਂਟਸ ਜਿਹੜੇ ਆ ਜਿਹੜੇ ਕਿ ਆਪਣੇ ਏਰੀਏ 'ਚ ਸ਼ਾਂਤੀ ਨੂੰ ਭੰਗ ਕਰ ਸਕਦੇ ਆ ਜਾਂ ਭੜਕਾ ਸਕਦੇ ਆ, ਉਹਨਾਂ ਦੀ ਪ੍ਰੋਪਰ ਲਿਸਟ ਬਣੀਆਂ। ਉਹਨਾਂ 'ਤੇ ਦੋਨੇ ਖੂਫੀਆ ਅਤੇ ਲਾਨੀਆ ਸੋਰਸ ਲਾਏ ਆ, ਉਹਨਾਂ ਦੀ ਚੈਕਿੰਗ ਹੁੰਦੀ ਹੈ ਟਾਈਮ ਰੈਗੂਲਰਲੀ, ਉਹਨਾਂ ਨੂੰ ਚੈੱਕ ਹੁੰਦਾ ਕੀਤਾ ਜਾਂਦਾ ਈਵਨ ਸੋਸ਼ਲ ਮੀਡੀਆ 'ਚ ਵੀ ਅਤੇ ਇਨ ਪਰਸਨ ਵੀ। ਬੀਤੀ 31 ਮਈ ਤੋਂ ਘਰ ਤੋਂ ਅਗਵਾ ਕੀਤੇ ਗਏ 6 ਸਾਲਾਂ ਦੇ ਬੱਚੇ ਨੂੰ ਬਟਾਲਾ ਪੁਲਿਸ ਵੱਲੋਂ 2 ਦਿਨ ਵਿੱਚ ਸਹੀ ਸਲਾਮਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਪ੍ਰੈਸ ਵਾਰਤਾ ਦੌਰਾਨ ਡੀਐਸਪੀ ਬਟਾਲਾ ਦੇਵ ਕੁਮਾਰ ਨੇ ਦੱਸਿਆ ਕਿ 31 ਮਈ ਨੂੰ 2 ਵਜੇ 112 ਉੱਤੇ ਵਜ਼ੀਰ ਮਸੀਹ ਦੀ ਕਾਲ ਆਈ ਤੇ ਬਟਾਲਾ ਦੇ ਭੁੱਲਰ ਰੋਡ ਤੇ ਸਥਿਤ ਉਸਦੇ ਘਰ ਵਿੱਚੋਂ ਉਸਦੇ 6 ਸਾਲਾ ਬੱਚੇ ਨੂੰ ਉਸਦੀ ਮਾਂ ਕੋਲੋਂ ਮਨਜਿੰਦਰ ਨਾਮੇ ਵਿਅਕਤੀ ਅਗਵਾ ਕਰਕੇ ਲੈ ਗਿਆ। ਪੁਲਿਸ ਅਨੁਸਾਰ ਮਨਜਿੰਦਰ ਉੱਤੇ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ ਅਤੇ ਹੁਣ ਵੀ ਉਹ ਜੇਲ੍ਹ ਵਿੱਚ ਜ਼ਮਾਨਤ ਉੱਤੋਂ ਬਾਹਰ ਆਇਆ ਹੋਇਆ ਸੀ ਤੇ ਬੱਚੇ ਦੇ ਪਿਤਾ ਵਜ਼ੀਰ
ਮਸੀਹ ਕੋਲੋਂ ਮਨਜਿੰਦਰ ਨੇ ਕੁਝ ਪੈਸੇ ਵੀ ਲੈਣੇ ਸੀ, ਇਸ ਕਰਕੇ ਬੱਚੇ ਨੂੰ ਅਗਵਾ ਕੀਤਾ। ਬਹਰਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਮੰਮੀ ਦੇ ਕੋਲੋਂ 2:30 ਵਜੇ ਚੁੱਕ ਕੇ ਲੈ ਗਏ ਮੇਰੇ ਬੱਚੇ ਨੂੰ। ਇੱਧਰ ਹੀ ਗਏ ਕੋਈ ਜੰਡਿਆਲੇ ਵਾਲੀ ਸਾਈਡ ਤੇ ਜੀ ਬੰਦੇ, ਤੇ ਪੁਲਿਸ ਨੂੰ ਚਲੋ ਆ ਕੇ ਦੱਸਿਆ ਤੇ ਪੁਲਿਸ ਨੇ ਬੜੀ ਮਿਹਨਤ ਕਰਕੇ ਤੇ ਮੈਨੂੰ ਮੇਰਾ ਬੱਚਾ ਜਿਹੜਾ ਦਵਾਇਆ ਜੀ। ਤੇ ਬਹੁਤ ਬਹੁਤ ਧੰਨਵਾਦ ਹੈ ਪੁਲਿਸ ਦਾ। ਇਹਨਾਂ ਨੇ ਮਤਲਬ 24 ਘੰਟਿਆਂ ਦੇ ਵਿੱਚ ਮੇਰਾ ਬੱਚਾ ਜਿਹੜਾ ਲੱਭਤਾ ਜੀ। ਕੌਣ ਵਿਅਕਤੀ ਸੀ? ਹਾਂਜੀ, ਕੌਣ ਸੀ? ਕਿੰਨੇ ਚੁੱਕਿਆ ਸੀ? ਇਹ ਜੇਲ੍ਹ 'ਚੋਂ ਆਇਆ ਪਰੋਲ ਤੇ ਛੁੱਟੀ ਤੇ ਜੀ। ਤੇ ਮੇਰਾ ਜੇਲ੍ਹ ਦਾ ਵਾਕਫ ਸੀਗਾ ਤੇ ਕੋਲ ਪੈਸਿਆਂ ਦਾ ਹੀ ਸਾਡਾ ਥੋੜਾ ਬਹੁਤਾ ਲੈਣ ਦੇਣ। ਕਿੰਨਾ? ਉਹ ਹੈਗਾ ਸੀ 25-30 ਹਜ਼ਾਰ ਰੁਪਏ ਦਾ ਜੀ। ਤੇ ਉਹਦੇ ਸਬੰਧ ਦੇ ਵਿੱਚ ਉਹ ਘਰ ਆਏ ਆ ਤੇ ਘਰੋਂ ਮੁੜ ਕੇ ਉਹ ਬੱਚੇ ਨੂੰ ਲੈ ਕੇ ਤੇ 2 ਲੱਖ ਰੁਪਏ ਦੀ ਡਿਮਾਂਡ ਕਰਦੇ ਸੀਗੇ। ਤੇ ਚਲੋ ਪੁਲਿਸ ਨੇ ਆਪਣੇ ਹਿਸਾਬ ਦੇ ਨਾਲ ਚਲੋ ਬੱਚਾ ਜਿਹੜਾ ਮੇਰਾ ਲੱਭਤਾ ਜੀ। ਬਹੁਤ ਬਹੁਤ ਧੰਨਵਾਦ ਹੈ ਪੁਲਿਸ ਦਾ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਸਾਲਾਨਾ ਬਰਸੀ ਮੌਕੇ ਜਿੱਥੇ ਨਾਮਵਰ ਸ਼ਖਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ, ਉੱਥੇ ਯੂਥ ਅਕਾਲੀ ਦਲ ਦੇ ਨੇਤਾ ਯੁਵਰਾਜ ਭੁਪਿੰਦਰ ਸਿੰਘ ਨੇ ਵੀ ਸਮਾਗਮ ਦੌਰਾਨ ਬਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ। ਉੱਥੇ ਸਮਾਜ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਗਿਆ ਕਿ ਸਾਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਯਾਦ ਕਰਦਿਆਂ ਉਹਨਾਂ ਦੇ ਦਿਨ ਮਨਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਉੱਥੇ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਮੂਲੀਅਤ ਕਰਨ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨੇ ਸਿੱਧੂ ਮੂਸੇਵਾਲ ਦੀ ਮੌਤ ਨੂੰ ਲੈ ਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਫੇਲ ਸਿੱਧ ਹੋ ਰਹੀ ਹੈ। ਪੰਜਾਬ ਦੇ ਵਿੱਚ ਨਿਤ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ, ਜਿਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਠਹਿਰਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਜੋੜ ਮੇਲਾ ਜਾਂ ਜਿਹਨੂੰ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਮੁਰਾਲੇ ਵਾਲਿਆਂ ਦੀ ਬਰਸੀ ਦੇ ਸਬੰਧ 'ਚ ਬੇਗੋਵਾਲ ਜੋ ਸਮਾਗਮ ਚੱਲ ਰਹੇ ਨੇ ਧਾਰਮਿਕ, ਉਹਦੇ ਵਾਸਤੇ ਅੱਜ ਇਕੱਤਰ ਹੋਈ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਇਹ ਮੇਲਾ ਜਿਹੜਾ ਜਾਂ ਇਹਨੂੰ ਸਮਾਗਮ ਬਰਸੀ ਦਾ ਕਹੀਏ ਆਪਾਂ, ਹਰ ਸਾਲ ਬੜੇ ਹੀ ਸ਼ਰਧਾ ਦੇ ਨਾਲ ਜਿਹੜੀ ਹੈ ਇਹ ਕੌਮ ਮਨਾਉਂਦੀ ਹੈ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਜਿਨ੍ਹਾਂ ਦਾ ਬਹੁਤ ਵੱਡਾ ਪਰਉਪਕਾਰ ਇਸ ਇਲਾਕੇ ਦੇ ਉੱਤੇ, ਇਸ ਸੰਗਤ ਤੇ ਇਸ ਕੌਮ ਦੇ ਉੱਤੇ ਆ। ਉਹਨਾਂ ਨੇ ਆਪਣਾ ਜੀਵਨ ਜਿਹੜਾ ਮੁੱਖ ਟੀਚਾ ਉਹਨਾਂ ਦਾ ਜਿਹੜਾ ਐਜੂਕੇਸ਼ਨ ਦਾ ਸੀਗਾ, ਜਿਹੜਾ ਉਹ ਚਾਹੁੰਦੇ ਸੀ ਵੀ ਸਾਡੀ ਜਿਹੜੀ ਕੌਮ ਹੈ ਪੜ੍ਹ ਲਿਖ ਕੇ ਵੱਡੀ ਤਰੱਕੀ ਕਰੇ, ਬੁਲੰਦੀਆਂ ਨੂੰ ਛੂਹੇ, ਤੇ ਉਹਦੇ ਉਪਰਾਲੇ ਉਹਨਾਂ ਨੇ ਕੀਤੇ। ਬਹੁਤ ਵੱਡੇ ਪੱਧਰ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ, ਉਹਨਾਂ ਨੇ ਉਹਦੇ ਵਿੱਚ ਵੀ ਬਹੁਤ ਵੱਧ ਚੜ੍ਹ ਕੇ ਕੰਮ ਕੀਤਾ। ਤੇ ਸਭ ਤੋਂ ਵੱਡਾ ਜਿਹੜਾ ਕੰਮ ਸੀ, ਜਿਹੜੀ ਸਾਡੀ ਕੌਮ ਉਹਨੂੰ ਸਿੱਖੀ ਸਰੂਪ ਵਿੱਚ ਲੈ ਕੇ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪੱਲੇ ਨਾਲ ਜੋੜਿਆ ਤੇ ਅਕਾਲ ਤਖਤ ਦੀ ਮਰਿਆਦਾ ਦੇ ਨਾਲ ਚੱਲਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਸਮਾਗਮ ਇੱਥੇ ਹੁੰਦਾ ਤੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਇੱਥੇ ਪਹੁੰਚ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ। ਉੱਥੇ ਉਚੇਚੇ ਤੌਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਸਿੰਘ ਸਾਹਿਬ, ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹ ਵੀ ਉਚੇਚੇ ਤੌਰ ਤੇ ਇੱਥੇ ਪਹੁੰਚ ਕੇ ਸ਼ਰਧਾਂਜਲੀ ਦੇ ਕੇ ਗਏ ਨੇ। ਤੇ ਜਿੰਨੀ ਸੰਗਤ ਇੱਥੇ ਪਹੁੰਚੀ ਹੈ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੇ ਜਿੰਨੀ ਸੰਗਤ ਇੱਥੇ ਚੱਲ ਕੇ ਆਈ ਹੈ, ਉਹਨਾਂ ਦੇ ਕੱਲੇ ਕਦਮ ਨੂੰ ਅਸੀਂ ਸੀਸ ਨਿਵਾਉਂਦੇ ਹਾਂ ਵੀ ਉਹ ਏਡਾ ਵੱਡਾ ਸਤਿਕਾਰ ਜਿਹੜਾ ਇਸ ਸਥਾਨ ਨੂੰ ਦਿੰਦੇ ਆ। ਘੱਲੂਘਾਰੇ ਦੇ ਸੰਬੰਧ ਵਿੱਚ ਜਲੰਧਰ ਪੁਲਿਸ ਦੇ ਵੱਲੋਂ ਸਮੇਂ-ਸਮੇਂ ਸਿਰ ਜਲੰਧਰ ਦੇ ਮੁੱਖ ਭੀੜ-ਭਾੜ ਵਾਲੇ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਤਹਿਤ ਜਲੰਧਰ ਦੇ GRP ਥਾਣਾ ਅਤੇ CRPF ਅਤੇ ਥਾਣਾ 3 ਦੀ ਪੁਲਿਸ ਅਤੇ ਹੋਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ASP AK ਅਤਰੀ ਨੇ ਕਿਹਾ ਕਿ ਅੱਜ ਜੋ ਇਹ ਪੁਲਿਸ ਦੇ ਵੱਲੋਂ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ, ਇਹ ਚੈਕਿੰਗ ਘੱਲੂਘਾਰੇ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ। ਅੱਜ ਅਸੀਂ ਡਿਸਟ੍ਰਿਕਟ ਪੁਲਿਸ ਤੇ RPF ਨੂੰ ਤੇ ਆਪਣੀ GRP ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਤੇ ਅਸੀਂ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਗਈ ਹੈ। ਇੱਕ ਸਿੱਖ ਫॉर ਜਸਟਿਸ ਵੱਲੋਂ ਵੀ ਇੱਕ ਕਾਲ ਆਈ ਸੀ ਕਿ ਉਹਦੇ ਸੰਬੰਧ ਦੇ ਵਿੱਚ ਵੀ ਪੂਰੀ ਫੋਰਸ ਜਿਹੜੀ ਹੈ ਅਲਰਟ ਕੱਲੇ ਸਟੇਸ਼ਨ ਤੇ ਅਸੀਂ ਕੀਤੀ ਹੋਈ ਹੈ ਔਰ ਅਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਉਹਨਾਂ ਤੋਂ ਸਰਚ ਕਰਵਾ ਰਹੇ ਹਾਂ। ਸਰ ਇਹ ਤੋਂ ਇਲਾਵਾ ਹੋਰ ਵੀ ਕਿਤੇ ਤੁਹਾਡੀ ਟੀਮਾਂ ਵਗੈਰਾ ਲੱਗੀਆਂ ਹੋਣ ਰੇਲਵੇ ਸਟੇਸ਼ਨ 'ਚ? ਸਾਡੇ ਪੂਰੇ ਜਿਹੜਾ ਕੋਈ ਕਰੀਬ 24 ਦੇ ਸਟੇਸ਼ਨ ਹੈਗੇ ਨੇ ਕਿ ਹਰ ਸਟੇਸ਼ਨ ਦੇ ਉੱਪਰ ਸਾਡੀਆਂ ਜਿਹੜੀਆਂ ਹੈਗੀਆਂ ਨੇ ਟੀਮਾਂ ਕੰਮ ਕਰ ਰਹੀਆਂ ਨੇ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਹੈਗਾ ਕਿ ਆਪਣੇ ਕੋਲ ਨਵਾਂਸ਼ਹਿਰ ਹੈਗਾ, ਹੁਸ਼ਿਆਰਪੁਰ ਹੈਗਾ, ਕਪੂਰਥਲਾ ਡਿਸਟ੍ਰਿਕਟ ਹੈਗਾ, ਮੇਨ ਸਾਡਾ ਫਗਵਾੜਾ ਕੈਂਟ, ਜਿਹੜੇ ਜਿੰਨੇ ਵੀ ਸਟੇਸ਼ਨ ਚਾਹੇ ਛੋਟਾ ਹੈ ਚਾਹੇ ਵੱਡਾ ਹੈਗਾ, ਸਾਰੇ ਸਟੇਸ਼ਨਾਂ ਤੇ ਅਸੀਂ ਪ੍ਰੋਪਰ ਚੈਕਿੰਗ ਕਰਵਾ ਰਹੇ ਹਾਂ। ਸਰ ਯਾਤਰੀਆਂ ਨੂੰ ਕੀ ਅਪੀਲ ਕਰੋਗੇ ਤੁਸੀਂ? ਯਾਤਰੀਆਂ ਨੂੰ ਅਸੀਂ ਅਪੀਲ ਇਹ ਕਰਾਂਗੇ ਕਿ ਕਿਸੇ ਕੋਲੋਂ ਵੀ ਕੋਈ ਚੀਜ਼ ਲੈ ਕੇ ਤੁਸੀਂ ਖਾਣੀ ਨਹੀਂ ਹੈ, ਕੋਈ ਲਿਕੁਇਡ ਹੋਵੇ ਚਾਹੇ ਉਹ ਕਿਸੇ ਸੋਲਿਡ ਬੇਸ ਦੇ ਵਿੱਚ ਹੋਵੇ, ਜ਼ਹਿਰ ਖਾਣਾ ਨਹੀਂ, ਜਿਹਦੇ ਕਰਕੇ ਘਟਨਾਵਾਂ ਜਿਹੜੀਆਂ ਰੁਕ ਸਕਣ।
ਜਲੰਧਰ ਦੇ ਅਧੀਨ ਥਾਣਾ ਗੁਰਾਇਆਂ ਦੀ ਚੌਕੀ ਧੁਲੇਤਾ ਦੇ ਪਿੰਡ ਧੁਲੇਤਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਭੜਕ ਉੱਠੇ। ਪਿੰਡ ਵਿੱਚ ਗ੍ਰਾਮ ਪੰਚਾਇਤ ਨੌਜਵਾਨ ਬੀਬੀਆਂ ਅਤੇ ਛੋਟੇ-ਛੋਟੇ ਬੱਚਿਆਂ ਵੱਲੋਂ ਰੋਸ ਮਾਰਚ ਕੱਢਦੇ ਹੋਏ ਚੌਂਕੀ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰਦੇ ਨਾਅਰੇਬਾਜ਼ੀ ਕੀਤੀ ਗਈ। ਮਹੀਨੇ ਦੇ ਵਿੱਚ 1.5 ਮਹੀਨੇ ਦੇ ਵਿੱਚ ਧਲੇਤੇ ਵਿੱਚੋਂ ਐਸਆਈ ਚੇਂਜ ਕਰ ਦਿੱਤਾ ਜਾਂਦਾ, ਜਦ ਕਿ ਆਪਣੇ ਗਰਾਇਆ ਐਸਐਚਓ ਉਹੀ 4-4 5-5 ਮਹੀਨੇ ਉੱਥੇ ਕੱਢ ਜਾਂਦੇ ਆ। ਧਲੇਤੇ ਵਿੱਚ ਕਿਉਂ ਇਦਾਂ ਹੁੰਦਾ ਕਿ ਆਏ ਦਿਨ ਆਏ ਮਹੀਨੇ ਐਸਆਈ ਚੇਂਜ ਕੀਤਾ ਜਾਂਦਾ? ਕਿਉਂ ਇਦਾਂ ਹੁੰਦਾ ਸਾਡੇ ਨਾਲ ਕਿ ਜਿਹੜੇ ਖਾਣ ਵਾਲੇ ਆ ਉਹਨਾਂ ਨੂੰ ਫੜ ਲਿਆ ਜਾਂਦਾ, ਜਿਹੜੇ ਵੇਚਣ ਵਾਲੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ? ਆਏ ਦਿਨ ਅਸੀਂ ਇਸੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਸਾਡੇ 3 ਮੁੰਡੇ ਮਰ ਗਏ ਆ। ਸਾਨੂੰ ਇਹੀ ਦਿਲਾਸੇ ਦਿੰਦੇ ਹੋਏ ਐਸਆਈ ਤੀਜਾ ਐਸਆਈ ਚੇਂਜ ਹੋ ਚੁੱਕਾ ਆ ਧਲੇਤੇ ਦੇ ਵਿੱਚ। ਸਾਨੂੰ ਇਹੀ ਦਿਲਾਸੇ ਆਉਂਦੇ ਆ ਵੀ ਅਸੀਂ ਹੁਣ ਆਏ ਆ ਵੀ ਅਸੀਂ ਕੰਮ ਬੰਦ ਕਰ ਦਾਂਗੇ, ਔਰ ਮਹੀਨੇ ਦੇ ਵਿੱਚ ਇਹਨਾਂ ਦੀ ਬਦਲੀ ਹੋ ਜਾਂਦੀ ਆ। ਕਿਉਂ ਧਲੇਤੇ ਨਾਲ ਇਦਾਂ ਕਿਉਂ ਹੁੰਦਾ ਆ? ਅਸੀਂ ਸਰਪੰਚ ਮਠੱਡਿਆਂ ਤੋਂ ਕਾਂਤੀ ਮੋਹਨ ਉਹਨਾਂ ਕੋਲ ਗੱਲ ਕੀਤੀ ਸੀਗੀ, ਉਹ ਕਹਿੰਦੇ ਵੀ ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਤੁਸੀਂ ਪੰਚਾਇਤ ਕਹਿੰਦੇ ਪਹਿਲਾਂ ਮੂਹਰੇ ਹੋ ਕੇ ਤੁਰੋ। ਹੁਣ ਉਹਨਾਂ ਨੇ ਇਸ ਟਾਈਮ ਆਉਣਾ ਸੀਗਾ, ਇਸ ਟਾਈਮ ਨਹੀਂ ਆ ਹੋਇਆ, ਕਿਤੇ ਗਏ ਹੋ ਸੀਗੇ, ਠੀਕ ਆ। ਪਰ ਅਸੀਂ ਉਨਾ ਚਿਰ ਹੁਣ ਇਹ ਜਿਹੜਾ ਤਾਂ ਹੁਣ ਜਿਹੜਾ ਹੀ ਧਾਨਾ ਲਾਉਣ ਲੱਗੇ ਉਨਾ ਚਿਰ ਨਹੀਂ ਚੱਕਿਆ ਜਾਊਗਾ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ। ਇਹਨਾਂ ਨੇ ਸਾਨੂੰ ਦਿਲਾਸਾ ਦਿੱਤਾ, ਕੱਲ ਅਸੀਂ ਜ਼ਰੂਰ ਇਹਨਾਂ ਦੇ ਕੋਲ ਆਏ ਸੀਗੇ, ਇਹਨਾਂ ਨੇ ਸਾਨੂੰ ਦਿਲਾਸਾ ਦਿੱਤਾ, ਕਹਿੰਦੇ ਹਾਂ ਵੀ ਕਾਰਵਾਈ ਅਸੀਂ ਕਰਾਂਗੇ। ਉਦੋਂ ਪਹਿਲਾਂ ਅਸੀਂ 2-3 ਰਿਪੋਰਟਾਂ ਦਿੱਤੀਆਂ, ਉਹਨਾਂ ਤੇ ਡੈਰੀ ਨੰਬਰ ਪਏ ਹੋ ਆ, ਜਦ ਕਿ ਇਹਨਾਂ ਨੇ ਕੋਈ ਰਿਪੋਰਟ ਦਾ ਹੱਲ ਨਹੀਂ ਕੀਤਾ। ਕਹਿੰਦੇ ਵੋਟਾਂ ਆ ਗਈਆਂ, ਸਾਡੇ ਕੋਲ ਆਏ ਐਮਐਲਏ ਆਏ ਵੋਟਾਂ ਮੰਗਣ ਆਏ, ਸਾਤੋਂ ਝੂਠੇ ਦਿਲਾਸਿਆਂ ਨਾਲ ਵੋਟਾਂ ਲੈ ਕੇ ਕਹਿੰਦੇ ਅਸੀਂ ਧਲੇਤੇ ਤੋਂ ਚਿੱਟਾ ਬੰਦ ਕਰ ਦਾਂਗੇ, ਪਰ ਹਾਲੇ ਤੱਕ ਕਿਸੇ ਨੇ ਚਿੱਟਾ ਬੰਦ ਨਹੀਂ ਕੀਤਾ ਹੈਗਾ। ਸ਼ਰੇਆਮ ਚਿੱਟਾ ਧਲੇਤੇ 'ਚ ਵਿਕਦਾ। ਹੁਣ ਤਾਂ ਮੌਤਾਂ ਵਿਕਦੀਆਂ, 3 ਮੌਤਾਂ ਹੋ ਚੁੱਕੀਆਂ, 2 ਮੌਤਾਂ ਹੋਰ ਤਿਆਰ ਆ, ਮੁੰਡੇ ਹਸਪੀਟਲਾਂ 'ਚ ਦਾਖਲ ਪਏ ਆ। ਕਿਉਂ ਸਾਡੇ ਧਲੇਤੇ ਨਾਲ ਇੰਨਾ ਬੇਕਦਰ ਕਾਹਤੇ ਹੁੰਦੀ ਆ? ਸਾਰੇ ਪਾਸੇ ਜੇ ਚਿੱਟਾ ਬੰਦ ਹੋ, ਗੋਹਰ ਦੇ ਵਿੱਚ ਚਿੱਟਾ ਬੰਦ ਹੋਇਆ, ਗੰਨੇ ਪਿੰਡ ਚਿੱਟਾ ਬੰਦ ਹੋਇਆ, ਸਾਡੇ ਪਿੰਡੋਂ ਕਿਉਂ ਨਹੀਂ ਬੰਦ ਹੁੰਦਾ ਹੈਗਾ? ਇਹਨਾਂ ਦੇ ਜੋ ਆਪਣੀਆਂ ਮੰਗਾਂ ਜੋ ਇਹਨਾਂ ਨੇ ਸਾਨੂੰ ਦੱਸਿਆ, ਲਿਖਤੀ ਤੌਰ ਤੇ ਇਹਨਾਂ ਨੇ ਦਿੱਤਾ, ਆਪਾਂ ਇਹਨਾਂ ਨਾਲ ਜੋ ਗੱਲਬਾਤ ਹੋਈ ਆ ਉਹਦੇ ਮੁਤਾਬਕ ਜਿਹੜੀ ਹੈਗੀ ਆ ਕਾਰਵਾਈ ਜਿਹੜੀ ਆ ਇਨ ਵਿਨ ਕੀਤੀ ਜਾਊਗੀ। ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਰੱਖੀ ਜਾਊਗੀ। ਜਿਹੜਾ ਕੋਈ ਬੰਦਾ ਨਸ਼ਾ ਵੇਚਦਾ ਉਹਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਊਗੀ। ਕਿਸੇ ਨੂੰ ਵੀ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਜਿਹੜੇ ਕੋਈ ਭੈਣ ਭਰਾ ਅੱਜ ਦੀ ਡੇਟ ਦੇ ਵਿੱਚ ਕੋਈ ਨਸ਼ਾ ਕਰਦੇ ਆ ਜਾਂ ਨਸ਼ੇ ਪੀਣ ਦੇ ਆਦੀ ਹੋ ਚੁੱਕੇ ਆ, ਉਹਨਾਂ ਨੂੰ ਮੇਰੀ ਬੇਨਤੀ ਆ, ਅਪੀਲ ਆ ਕਿ ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਾਂ ਪੰਚਾਇਤ ਨੂੰ ਜਾਂ ਸਾਡੇ ਕੋਲ ਆਣ ਕੇ ਜੋ ਵੀ ਹੈਗਾ ਕੋਈ ਨਾ ਕੋਈ ਰਸਤਾ ਬਣਾ ਕੇ ਆਪਣਾ ਕਿਸੇ ਹਸਪੀਟਲ ਜਾਂ ਕਿਸੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ, ਆਪਣਾ ਇਲਾਜ ਕਰਾਉਣ ਤੇ ਇੱਕ ਚੰਗੀ ਜ਼ਿੰਦਗੀ ਜੀਣ। ਇਹ ਜਿਹੜੀ ਹੈਗੀ ਆ ਝੂਠੀ ਜਿਹੀ। ਨਕੋਦਰ ਵਿਖੇ ਘੱਲੂਘਾਰਾ ਦਿਵਸ ਦੇ ਸੰਬੰਧ ਵਿੱਚ ਨਕੋਦਰ ਦੇ ਡੀਐਸਪੀ ਲਖਵਿੰਦਰ ਸਿੰਘ ਮੱਲ ਦੀ ਅਗਵਾਈ ਵਿੱਚ ਨਕੋਦਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਡੀਐਸਪੀ ਲਖਵਿੰਦਰ ਸਿੰਘ ਮੱਲ ਨੇ ਕਿਹਾ ਕਿ ਘੱਲੂਘਾਰਾ ਦਿਵਸ ਦੇ ਸੰਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਕੋਦਰ ਦੇ ਪ੍ਰਾਚੀਨ ਸ਼ਿਵਾਲਿਆ ਮੰਦਿਰ ਵਿੱਚ 9 ਦਿਨਾਂ ਦੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਤੇ ਇਸ ਮੌਕੇ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਨਕੋਦਰ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਈਆ ਪਹੁੰਚੇ ਤੇ ਉਹਨਾਂ ਨੂੰ शिव भजन मंडली शिवालय मंदिर वालों सरोपे देकर सम्मानित किया गया। खूब आनंद आ रहा है क्योंकि सबसे बड़ी बात है ठाकुर जी का प्रांगण है और जहाँ सारे देवी देवता, श्री राम दरबार, हनुमान जी का दरबार और अन्य सभी देवी देवता यहाँ, और सबसे बड़ी बात यहाँ भोलेनाथ विराजमान है। एक भोलेनाथ नहीं, अनेकों भोलेनाथ शिवलिंग रूप में यहाँ विराजमान है और स्वयंभू भोलेनाथ विराजमान है। जहाँ वो बता रहे हैं महाराज जी से मैंने पता लगा कि जो भोलेनाथ ज़मीन से अपने आप प्रकट हुए हैं, उनकी भोलेनाथ की खूब महिमा है और भगवान की महिमा तो कथा से है, तो भगवान राम की महिमा तभी है जब भोलेनाथ की महिमा है, और भोलेनाथ तो भगवान की कथा के परम रसिक हैं, तो उनके ही प्रांगण में ये कथा हो रही है। राम का बहुत लंबे समय तो नकोदर शहर में ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੁੱਚੇ ਜਿਹੜੇ ਮੰਦਿਰ ਦੀਆਂ ਕਮੇਟੀਆਂ ਉਹਨਾਂ ਦੇ ਸਹਿਯੋਗ ਨਾਲ ਇੱਥੇ ਸ਼ਿਵਾਲਿਆ ਮੰਦਿਰ ਵਿਖੇ ਰਾਮ ਕਥਾ ਕਰਵਾਈ ਜਾਂਦੀ ਆ। ਭਗਵਤ ਕਥਾ ਵੀ ਹੁੰਦੀ ਆ ਤੇ ਬੜੀ ਸ਼ਰਧਾ ਨਾਲ, ਬੜੇ ਸਤਿਕਾਰ ਨਾਲ, ਪ੍ਰੇਮ ਭਾਵਨਾ ਨਾਲ ਸਾਰੀਆਂ ਸੰਗਤਾਂ ਅੱਗੇ ਇੱਥੇ ਹਾਜ਼ਰੀਆਂ ਵੀ ਭਰਦੀਆਂ ਹਨ ਤੇ ਸੇਵਾ ਵੀ ਕਰਦੇ ਨੇ।
ਸਾਰੇ ਸ਼ਹਿਰ ਦੀ ਕਮੇਟੀ ਰਲ ਮਿਲ ਕੇ ਨੌਜਵਾਨਾਂ ਦੇ ਸਾਥ ਦੇ ਨਾਲ ਇਹ ਬਹੁਤ ਵੱਡਾ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਆ ਤੇ ਇਸ ਰਾਮ ਕਥਾ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਇਹਦਾ ਜਿਹੜਾ ਆਨੰਦ ਮਾਣਦੀਆਂ ਨੇ। ਬੜੀ ਖੁਸ਼ੀ ਆ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਕਥਾ ਉਹਨਾਂ ਦੀ ਬਾਣੀ ਦਾ ਇੱਥੇ ਜਾਪ ਹੋ ਰਿਹਾ। ਖੰਨਾ 'ਚ ਲੰਬੇ ਸਮੇਂ ਤੋਂ ਇੱਕ ਗਰੋਹ ਸ਼ਮਸ਼ਾਨ ਘਾਟ 'ਚ ਮੁਰਦਿਆਂ ਦੀਆਂ ਅਸਥੀਆਂ ਤਾਂਤਰਿਕਾਂ ਨੂੰ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। ਅਸਥੀਆਂ ਵੇਚਣ ਬਦਲੇ ਇਹ ਗਿਰੋਹ ਲੱਖਾਂ ਰੁਪਏ ਵਸੂਲਦਾ ਹੈ। ਇਸ ਦਾ ਪਰਦਾਫਾਸ਼ ਖੰਨਾ ਪੁਲਿਸ ਨੇ ਕੀਤਾ। ਖੰਨਾ ਦੇ ਸ਼ਮਸ਼ਾਨ ਘਾਟ 'ਚ ਲੰਬੇ ਸਮੇਂ ਤੋਂ ਇਹ ਗੋਰਖ ਧੰਦਾ ਚੱਲਦਾ ਆ ਰਿਹਾ ਸੀ। ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਦੀ ਭਾਲ ਜਾਰੀ ਹੈ। ਇਸ ਸੰਬੰਧੀ ਸ਼ਿਕਾਇਤਕਰਤਾ ਰਿੰਕੂ ਲਖੀਆ ਵਾਸੀ ਅਮਲੋਹ ਰੋਡ ਖੰਨਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸ਼ਮਸ਼ਾਨ ਘਾਟ 'ਚ ਤੈਨਾਤ ਮੁਲਾਜ਼ਮ ਨਿਰਮਲ ਸਿੰਘ ਉਰਫ ਨਿੰਮਾ, ਉਸਦੇ ਪੁੱਤਰ ਜਸਵਿੰਦਰ ਸਿੰਘ ਸਮੇਤ ਅਣਪਛਾਤੇ ਤਾਂਤਰਿਕ ਖਿਲਾਫ ਆਈਪੀ ਦੀ ਧਾਰਾ 297, 381, 34 ਤਹਿਤ ਮਾਮਲਾ ਦਰਜ ਕਰਕੇ ਸਥਿਤੀ दोषी प्यो पुत्र को गिरफ्तार कर लिया गया जबकि तांत्रिक फरार है। मैटर ये है कि रिंकू लखिया ने 3/11 को अपने बेटे दीपक लखिया का संस्कार किया था और रीति रिवाज मुताबिक उन्होंने अपने बेटे का हाथ का जो हड्डी है उन्होंने एक लिफाफे में बंद करके शमशान घाट में जो आपका जो ज़मीन है उसके अंदर उसको दबा दिया था। जब 5/11/2021 को उसको वापस लेने के लिए आए तो उन्होंने देखा कि जो हाथ का हड्डी है वो गायब है। उनका ये एलिगेशन था कि कोई शमशान घाट में हड्डियों को बेसिकली निकाल करके छोटे मोटे किसी और तांत्रिक को या किसी और को पैसे के लिए बेसिकली वो उन हड्डियों को बेचा जा रहा है। इसके तहत रिंकू लखिया ने हमें अप्रोच किया कि उनका जो भावना है वो हर्ट हुआ है और जो हड्डी है वो बेसिकली चोरी हो गया है। तो इसके तहत FI नंबर 80 City 2 में दर्ज किया गया अंडर सेक्शन 297, 381 और 34। तो सर किसी को अरेस्ट किया गया इसमें? जी, इसमें 2 बंदे अभी अरेस्ट हुए हैं, निर्मल सिंह और जसविंदर सिंह, जो मोहल्ला रविदास खन्ना के रहने वाले हैं। इसमें पर्चा एक नामालूम तांत्रिक के ऊपर भी दिया गया है जो जेरे तफ्तीश है अभी। सर जैसे पता चला है कि तो वो तांत्रिक को जो हड्डियाँ थी बेचने का काम करता था, वो भी सामने कोई वीडियो कोई आपके पास जो कि कंप्लेंटर ने दी हो कुछ एक वीडियो आया जिसमें कंप्लेनेंट उस तांत्रिक को अप्रोच कर रहा है और जो तांत्रिक है वो कह रहा है कि मुझे कुछ पैसे दे दो और मैं आपको हड्डियाँ दे दूँगा। तो इलीगल तौर पे हड्डियाँ बेचने का काम तांत्रिक कर रहा था, इसलिए उनको भी नामजद किया गया इस FIR में। ਪੂਰੇ ਗੰਨੇ ਦੀ ਬਕਾਇਆ ਰਹਿੰਦੀ 14 ਕਰੋੜ ਦੀ ਰਾਸ਼ੀ ਨੂੰ ਲੈ ਕੇ ਜਿੱਥੇ ਗੰਨਾ ਕਾਸ਼ਤਕਾਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਧੂਰੀ 'ਚ ਗੰਨਾ ਕਾਸ਼ਤਕਾਰਾਂ ਨੇ ਗੰਨੇ ਦੀ ਬਕਾਇਆ ਰਹਿੰਦੀ 14 ਕਰੋੜ ਦੀ ਰਾਸ਼ੀ ਨੂੰ ਲੈ ਕੇ ਧੂਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਟੈਟਲਗਾ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਦਫ਼ਤਰ ਅੱਗੇ ਕਿਸਾਨਾਂ ਦੇ ਪੀਣ ਲਈ ਪਾਣੀ ਬੰਦ ਕਰ ਦਿੱਤਾ ਗਿਆ ਤੇ ਇੱਕ ਲੈਰਨ ਲਗਾ ਕੇ ਰਸਤਾ ਵੀ ਬੰਦ ਕਰ ਦਿੱਤਾ ਗਿਆ। ਨੂੰ ਇਸ ਸਰਕਾਰ ਤੇ ਕੁਝ ਆਸ ਵੱਜੀ ਸੀ, ਬਦਲਾਅ ਹੋਇਆ ਸੀ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਕਾਗਜ਼ ਭਰਨ ਆਏ ਤੇ ਉਦੋਂ ਤਾਂ MLA ਵੀ ਨਹੀਂ ਤੇ ਸਾਨੂੰ ਕਹਿੰਦੇ ਵੀ 20 ਤਰੀਕ ਤੱਕ ਖੜ ਜਾਓ, 20 ਤਰੀਕ ਤੋਂ ਬਾਅਦ ਤੁਹਾਡੀ ਪੇਮੈਂਟ ਤਾਂ ਕੀ ਨਾਲ ਅਸੀਂ ਤੁਹਾਨੂੰ ਵਿਆਜ ਦਵਾਵਾਂਗੇ। ਪਰ ਉਸ ਤੋਂ ਬਾਅਦ ਸਾਨੂੰ ਇਸ ਸੰਬੰਧ ਦੇ ਵਿੱਚ ਨਹੀਂ ਪੁੱਛਿਆ ਗਿਆ। ਜਦੋਂ ਅਸੀਂ ਇਹਨਾਂ ਦੇ ਦਫ਼ਤਰ ਦੇ ਮੂਹਰੇ ਪਿਛਲੇ 20 ਕੁ ਦਿਨ ਹੋ ਗਏ ਉੱਤੇ ਧਰਨਾ ਲਾਇਆ, ਉੱਤੇ ਫਿਰ ਸਾਡੇ ਨਾਲ ਸਮਝੌਤਾ ਕਰਾਇਆ ਗਿਆ ਵੀ ਹਫ਼ਤੇ ਦੇ ਵਿੱਚ 3 ਕਰੋੜ ਪੇਮੈਂਟ ਪਿਆ ਕਰੂਗੀ। ਪਰ 3 ਹਫ਼ਤੇ ਲੰਘਣ ਦੇ ਬਾਵਜੂਦ 1 ਕਰੋੜ 25 ਲੱਖ ਰੁਪਈਆ ਉਹਦੇ ਵਿੱਚੋਂ ਪਿਆ। ਹਾਲਾਂਕਿ ਉਹ 12 ਕਰੋੜ ਰੁਪਈਆ ਬਣਦਾ ਸੀ। ਸਰਕਾਰ ਨੇ ਇਸ ਪਾਸੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਅਗਲਾ ਸੰਘਰਸ਼ ਕੀ ਹੋਏਗਾ? ਅਗਲਾ ਸੰਘਰਸ਼ ਜੇ ਅੱਜ ਆਸਾਮ ਤੱਕ ਕੋਈ ਮਸਲਾ ਹੱਲ ਨਾ ਹੋਇਆ ਤਾਂ ਇਹਦੀ ਰੂਪ ਰੇਖਾ ਬਦਲੀ ਜਾਵੇਗੀ, ਤਾਂ ਅੱਗੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ। ਅੱਗੇ ਜਿਮਨੀ ਚੋਣਾਂ ਆ ਰਹੀਆਂ ਨੇ, ਉਸ ਨੂੰ ਲੈ ਕੇ ਕਿਸਾਨ ਆਗੂ ਕਿਵੇਂ ਦੇਖੇਗਾ? ਇਹ ਤੁਸੀਂ ਪਹਿਲਾਂ ਵੀ ਦੇਖੀ ਹੈ, ਜਿਮਨੀ ਚੋਣ ਸਾਡੇ ਗੰਨੇ ਦੇ ਟਾਈਮ 'ਤੇ ਹੀ ਆਉਂਦੀ ਹੈ। ਪਹਿਲਾਂ ਜਦੋਂ ਲੋਕ ਸਭਾ ਆਈ ਸੀ ਉਦੋਂ ਅਸੀਂ ਕੇਵਲ ਢਿੱਲੋਂ ਕਾਂਗਰਸ ਦਾ ਕੈਂਡੀਡੇਟ ਸੀ, ਉਹਨੂੰ ਅਸੀਂ ਘੇਰ ਕੇ ਰਾਤ ਨੂੰ 12 ਵਜੇ ਬੈਂਕਾਂ ਖੁਲਵਾ ਕੇ 8 ਕਰੋੜ 65 ਲੱਖ ਪਿਆ ਸੀਗਾ। ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਹਾਲ ਕੇਵਲ ਢਿੱਲੋਂ ਵਾਲਾ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਾਂ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਦਾ ਹੋਵੇਗਾ। ਉਹੀ ਹਾਲ ਤੁਹਾਨੂੰ ਦੇਖਣ ਨੂੰ ਮਿਲੇਗਾ। ਜੀ ਸਾਨੂੰ ਸਾਰਾ ਪਤਾ ਹੀ ਆ, ਪੰਜਾਬ ਦੀ ਜਿਹੜੀ ਪੱਤਰਕਾਰੀ ਆ ਉਹ ਕਿਸਾਨੀ ਸੰਘਰਸ਼ ਜੁੜੀ ਹੋਈ ਆ। ਇਕੱਲੇ ਮੁੱਦੇ ਜਾਣੋ ਤੁਸੀਂ ਸਾਰਾ। ਪਰ ਜਿਹੜਾ ਸਾਡੇ ਨਾਲ ਇੱਥੇ ਠੱਗੀ ਹੋਈ ਆ ਧੂਰੀ ਦੇ ਵਿੱਚ, ਇਹ ਸਾਡਾ ਵੱਡੀ ਠੱਗੀ ਹੋਈ ਹੈ। ਕਿਉਂਕਿ ਲੋਕਾਂ ਨਾਲ ਵਾਅਦੇ ਇੰਨੇ ਉਹਨੇ ਪ੍ਰੋਪਰ ਵਾਅਦੇ ਕਰੇ ਸੀ। ਭਗਵੰਤ ਮਾਨ ਨੇ ਗੱਲ ਕਹੀ ਵੀ ਹਰਾ ਪੈਨ ਮੇਰੇ ਹੱਥ 'ਚ ਆ ਗਿਆ, ਸਭ ਤੋਂ ਪਹਿਲਾਂ ਕਿਸਾਨਾਂ ਦੇ ਭਲੇ ਲਈ ਚੱਲੂਗਾ, ਮਜ਼ਦੂਰਾਂ ਦੇ ਭਲੇ ਲਈ ਚੱਲੂਗਾ। ਅੱਜ ਹਰਾ ਪੈਨ ਆਏ ਨੂੰ ਹੱਥ 'ਚ 2.5 ਮਹੀਨੇ ਹੋ ਗਏ, ਉਹ ਪੈਨ ਬਿਲਕੁਲ ਨਹੀਂ ਚੱਲਿਆ। ਅਸੀਂ ਸੜਕਾਂ 'ਤੇ ਪਹਿਲਾਂ ਹੀ ਬੈਠੇ ਹਾਂ, ਹੁਣ ਵੀ ਬੈਠੇ ਹਾਂ।
ਸੋ ਭਗਵੰਤ ਮਾਨ ਆ ਜਿੱਥੇ ਉਹ ਇਹ ਕਹਿੰਦਾ ਹੁੰਦਾ ਸੀ ਵੀ ਤੇਰਾ ਯਾਰ ਦਵਾਇਆ ਦਬਦਾ ਨਹੀਂ, ਅੱਜ ਉਹ ਸਾਨੂੰ ਯਾਰ ਕੀ ਉਹ ਯਾਰਾਂ ਦੇ ਯਾਰ ਵੀ ਲੱਭਣ ਨਹੀਂ ਡੇ ਸਾਨੂੰ, ਪਤਾ ਨਹੀਂ ਕਿੱਥੇ ਰਹਿੰਦਾ ਉਹ, ਕਿੱਥੇ ਨਾ ਕੋਈ ਸਾਡਾ ਫੋਨ ਚੱਕਦੇ ਆ, ਨਾ ਉਹ ਜਿਹੜੇ ਉਹਦੇ ਬੰਦੇ ਆ ਉਹਦੇ ਹਮੇਤੀ ਆ ਧੂਰੀ ਦੇ ਵਿੱਚੋਂ, ਉਹ ਵੀ ਕਹਿੰਦੇ ਸਾਨੂੰ ਤਾਂ ਆਪ ਨਹੀਂ ਮਿਲਦਾ ਉਹ। ਸੋ ਅੱਜ ਭਗਵੰਤ ਮਾਨ ਆ ਜਿਹੜਾ ਉਹ ਇੰਨਾ ਬੁਰਾ ਹਾਲ ਕਰਤਾ ਖਾਸ ਕਰਕੇ ਪੰਜਾਬ ਦਾ ਧੂਰੀ ਦਾ, ਵੀ ਜੇ ਤਾਂ ਸਾਨੂੰ ਇੰਨੀ ਆਸ ਨਹੀਂ ਵੀ ਇਦਾਂ ਦੇ ਉਹ ਹਾਲਾਤ ਕਰ 2022 ਦੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਵੱਡੇ ਪੱਧਰ ਤੇ ਜਿੱਤ ਹਾਸਲ ਕੀਤੀ ਸੀ, ਕਿਉਂਕਿ ਇਸ ਪਾਰਟੀ ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ, ਜਿਹੜੇ 2 ਮਹੀਨੇ ਬੀਤਣ ਤੋਂ ਬਾਅਦ ਵੀ ਪੂਰੇ ਨਹੀਂ ਹੋਏ। ਆਲਮ ਇਹ ਹੈ ਕਿ ਲੋਕੀ ਸਿਹਤ ਸਹੂਲਤਾਂ ਤੋਂ ਵਾਂਝੇ ਹੋਏ ਪਏ ਹਨ ਤੇ ਮਜਬੂਰਨ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਵੱਲ ਮੂੰਹ ਕਰਨਾ ਪੈ ਰਿਹਾ ਹੈ। ਪਠਾਨਕੋਟ ਵਿੱਚ ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਆਯੁਰਵੈਦਿਕ ਡਿਸਪੈਂਸਰੀ ਹੈ, 50 ਸਾਲ ਤੋਂ ਵਿੱਚ ਇੱਕ ਕਮਰਾ ਬਣਿਆ ਆਯੁਰਵੈਦਿਕ ਡਿਸਪੈਂਸਰੀ ਦਾ, ਹੋਰ ਕੋਈ ਸੁਵਿਧਾ ਵੀ ਨਹੀਂ ਹੈਗੀ। ਇਹ ਵੀ ਇੱਕ ਆਯੁਰਵੈਦਿਕ ਡਿਸਪੈਂਸਰੀ ਹੈ। ਸਾਡੇ ਇੱਥੇ ਕੋਈ ਡਿਲੀਵਰੀ ਕੇਸ ਜਾਂ ਕੋਈ ਸੱਟ ਚੋਟ ਲੱਗ ਜਾਂਦੀ ਹੈ, ਪਹਾੜੀ ਏਰੀਆ ਹੈਗਾ, ਐਕਸੀਡੈਂਟਲੀ ਕੁਝ ਵੀ ਹੋ ਸਕਦਾ ਤੇ ਸਾਨੂੰ ਇੱਥੋਂ ਪਠਾਨਕੋਟ ਹੀ ਜਾਣਾ ਪੈਂਦਾ, ਉਹ ਵੀ ਸਾਨੂੰ ਨਿੱਜੀ ਸਾਧਨ ਤੇ ਜਾਣਾ ਪੈਂਦਾ। ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈਗੀ। ਆਪਾਂ ਜੇਕਰ ਕੋਲ ਕਰਕੇ ਐਂਬੂਲੈਂਸ ਮੰਗਵਾਉਂਦੇ ਹਾਂ ਤੇ ਉਹ ਕਈ ਵਾਰ ਘੰਟਾ 2 ਘੰਟੇ 3 ਘੰਟੇ ਵੀ ਲੱਗ ਜਾਂਦੇ ਆ, ਤੇ ਐਮਰਜੈਂਸੀ ਦੇ ਵਿੱਚ ਤੁਸੀਂ 2 ਘੰਟੇ ਜਾਂ 3 ਘੰਟੇ ਜੇਕਰ ਵੇਟ ਕਰੋਗੇ ਤਾਂ ਉਹ ਪੇਸ਼ੈਂਟ ਦੀ ਲਾਈਫ ਨਾਲ ਰਿਸਕ ਹੋਏਗਾ। ਇਸ ਕਰਕੇ ਪਰਸਨਲੀ ਸਾਧਨ ਲੈ ਕੇ ਹੀ ਸਾਨੂੰ ਜਿਹੜਾ ਹਸਪੀਟਲ ਦੇ ਵਿੱਚ ਜਾਣਾ ਪੈਂਦਾ। ਸੁਵਿਧਾ ਤੇ ਬਾਕੀ ਆਯੁਰਵੈਦਿਕ ਦੀ ਹੈ, ਇੱਥੇ ਮੈਡੀਸਿਨ ਵਗੈਰਾ ਮਾੜੀ ਮੋਟੀ ਦਿੰਦੇ ਆ। ਔਰ ਸਾਡਾ ਕਹਿਣਾ ਇਹ ਹੈ ਕਿ ਮਤਲਬ ਜਿਹੜੀ ਬਾਕੀ ਵੀ ਸੁਵਿਧਾ ਹੈਗੀਆਂ, ਜਿਸ ਤਰ੍ਹਾਂ ਐਂਬੂਲੈਂਸ ਦੀ ਕੋਈ ਸੁਵਿਧਾ ਨਹੀਂ ਹੈ ਇੱਥੇ, ਜਿਸ ਤਰ੍ਹਾਂ ਸਾਨੂੰ ਫੋਨ ਕਰਕੇ ਕਿਤੋਂ ਵਧਾਣੀਆਂ ਮੰਗਾਉਣਾ ਪੈ ਜੇ, ਉੱਥੋਂ ਘੰਟਾ 1.5 ਘੰਟਾ ਲੱਗ ਜਾਂਦਾ। ਕਈ ਵਾਰੀ ਉਹ ਐਂਬੂਲੈਂਸ ਤੇ ਇੱਕੋ ਹੀ ਹੁੰਦੀ ਹੈ, ਅੱਗੇ ਪਿੱਛੇ ਵੀ ਗਈ ਹੁੰਦੀ ਹੈ, ਤੇ ਇਸ ਕਰਕੇ ਕੋਈ ਮੌਕੇ ਮੁਤਾਬਕ ਕੋਈ ਪੇਸ਼ੈਂਟ ਮਤਲਬ ਕਿਸੇ ਨੂੰ ਸੱਟ ਚੋਟ ਲੱਗੀ ਹੁੰਦੀ ਹੈ ਜਾਂ ਕੋਈ ਡਿਲੀਵਰੀ ਕੇਸ ਆ ਜਾਂਦਾ ਜਾਂ ਉਸ ਤਰ੍ਹਾਂ ਦਾ ਕੋਈ ਪ੍ਰੋਬਲਮ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਸਰ ਸਮੱਸਿਆ ਆਉਂਦੀ ਹੈ। ਸਰਕਾਰਾਂ ਕਹਿੰਦੀਆਂ ਅਸੀਂ ਸਿਹਤ ਸੁਵਿਧਾਵਾਂ ਦੇ ਰਹੇ ਹੈਗੇ ਆ ਲੋਕਾਂ ਨੂੰ, ਜੀ ਤੁਹਾਨੂੰ ਮਿਲਦੀਆਂ ਪਈਆਂ ਕਿ ਨਹੀਂ ਮਿਲਦੀਆਂ? ਨਹੀਂ, ਉਹ ਸੁਵਿਧਾਵਾਂ ਤਾਂ ਮਿਲਦੀਆਂ ਪਈਆਂ, ਲੇਕਿਨ ਉਹ ਸੁਵਿਧਾ ਨਹੀਂ ਹੈ ਜੋ ਹੋਣੀ ਚਾਹੀਦੀ ਹੈ। ਅੱਜ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਧਿਰ ਨੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ ਤੇ ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਭਰਤੀ ਕਰਵਾਉਣਾ ਪਿਆ। ਜੇਲ੍ਹ ਮੁਤਾਬਕ ਇਹ ਲੋਕੀ ਵੱਖ-ਵੱਖ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ। ਬਹਰਹਾਲ ਪੁਲਿਸ ਕੋਈ ਵੀ ਟਿੱਪਣੀ ਕਰਨ ਤੋਂ ਕਤਰਾ ਰਹੀ ਹੈ। ਗਏ ਸੀਗੇ ਡਿਊਟੀ ਗਿਣਤੀ ਪਾਉਣ ਲਈ ਗਿਆ ਸੀ, ਕੋਈ ਆਪਣਾ ਭਰਾ ਆਇਆ ਸੀਗਾ ਕਪੂਰਥਲੇ ਜੇਲ੍ਹ ਚੋਂ, ਉਹਦੀ ਗਿਣਤੀ ਪਾਉਣ ਲਈ ਇਕੱਲਾ ਜਦ ਗਿਆ ਉੱਥੇ ਪਹਿਲਾਂ ਤੋਂ ਹੀ ਉਹ 20-25 ਜਣੇ ਖੜੇ ਸੀਗੇ ਰਾੜਾ ਰੂੜਾ ਸੂਏ ਸਾਈ ਲੈ ਕੇ, ਤੇ ਉਹਨਾਂ ਨੇ ਇਹਦੇ ਤੇ ਹਮਲਾ ਕੀਤਾ ਜਿਹਦੇ 'ਚ ਇਹਦੇ ਛਾਤੀ ਤੇ ਸਿਰ ਤੇ ਸੱਟ ਲੱਗੀ ਹੈ। ਤੇ ਕੌਣ ਹੈਗਾ ਤੁਹਾਡੇ ਕੀ ਲੱਗਦੇ ਨੇ? ਇਹ ਬ੍ਰਦਰ ਹੈ ਭਾਈ ਮੇਰਾ, ਕੇਸਵਾਰ ਵੀ ਹੈ, ਇੱਕੋ ਪਰਚੇ 'ਚ ਅਸੀਂ ਜੇਲ੍ਹ ਕੱਟੀ ਹੈ। ਕਿਹੜਾ ਪਰਚਾ ਹੈ ਜੀ? ਆ 307 ਦਾ ਪਰਚਾ ਹੈ, ਪਨੀਤ ਬੈਂਸ ਦੇ ਨਾਲ ਲੜਾਈ ਹੋਈ ਸੀਗੀ ਇੰਡੀਅਨ ਸਮਰ ਹੋਟਲ 'ਚ। ਹਾਂਜੀ। ਤੇ ਭਾਈ ਤੁਸੀਂ ਪਹਿਲਾਂ ਆ ਗਏ ਸੀ ਜੇਲ੍ਹ ਤੋਂ? ਹਾਂਜੀ, ਮੇਰੀ ਜ਼ਮਾਨਤ ਹੋ ਚੁੱਕੀ 6 ਮਹੀਨੇ ਹੋ ਚੱਲੇ, 5.5-6 ਮਹੀਨੇ ਪਹਿਲੇ। ਸਾਡੇ ਸਾਰੇ ਕੇਸਵਾਰ ਆ ਚੁੱਕੇ, ਮਤਲਬ ਸਾਰਿਆਂ ਦੀ ਹੋ ਗਈ, ਉਹ ਇਕੱਲਾ ਹੀ ਹੈ। ਉਹਨਾਂ ਨੇ ਫਾਇਦਾ ਚੱਕਿਆ। ਕੌਣ ਹੈਗੇ ਨੇ ਉਹ ਭਾਜੀ ਅੰਦਰ ਚਿੱਟਾ ਵੇਚਦੇ ਆ ਜੀ। ਕੌਣ? ਨੇਗੀ ਹੈ ਮੁੰਡਾ, ਹੋਰ ਕੋਈ ਜੱਗਾ ਹੀ ਮੁੰਡਾ ਕਪੂਰਥਲੇ ਦਾ, ਉਹਦੇ ਤੇ ਵੀ ਚਿੱਟੇ ਚੁੱਟੇ ਦੇ ਪਰਚੇ ਹੈ, ਕਪੂਰਥਲੇ ਜੇਲ੍ਹ 'ਚ ਹੋਇਆ ਉਹ ਵੀ। ਹੋਰ ਬਾਕੀ ਮੈਨੂੰ ਇੰਨੇ ਨਾਮ ਨਹੀਂ, ਹਜੇ ਮੇਰੀ ਗੱਲ ਨਹੀਂ ਹੋਈ ਉਹਦੇ ਨਾਲ, ਤੇ ਇੰਨਾ ਹੀ ਪਤਾ ਲੱਗਿਆ ਕਿ ਇਹ ਨੇਗੀ ਹੈ ਮੁੰਡਾ, ਕੋਈ ਇੱਕ ਸੰਜੂ ਬਾਮਣ ਕੋਈ ਇੱਦਾਂ ਕਰਕੇ, ਤੇ 25-30 ਜਣੇ ਸੀਗੇ। ਮੇਰੀ ਗੱਲ ਨਹੀਂ ਹੋਈ ਅਜੇ ਸ਼ੁਭਮ ਦੇ ਨਾਲ, ਫਿਰ ਮੈਂ ਪੁੱਛੂੰਗਾ। ਤੇ ਤੁਹਾਨੂੰ ਕਿੱਦਾਂ ਤਲਾਹ ਮਿਲੀ ਭਾਜੀ ਵੀ ਇਹਨਾਂ ਦੀ ਜੇਲ੍ਹ 'ਚ ਲੜਾਈ ਹੋਈ ਹੈ? ਇਹਨੇ ਆਉਣ ਲੱਗੇ ਹੁਣ ਭਾਜੀ ਉੱਥੇ ਕਿਸੇ ਮੁਲਾਜ਼ਮ ਦੇ ਫੋਨ ਤੋਂ ਘਰੇ ਫੋਨ ਕੀਤਾ ਹੋਣਾ, ਇਹਦੇ ਪਾਪਾ ਦਾ ਫੋਨ ਆਇਆ ਮੈਨੂੰ ਕਿ ਇੱਦਾਂ ਸ਼ੁਭਮ ਦੇ ਲੜਾਈ ਹੋਈ ਹੈ ਜੇਲ੍ਹ 'ਚ। ਹਾਂਜੀ। ਕਿਸੇ ਗਰੁੱਪ ਨਾਲ ਸੰਬੰਧਿਤ ਹੈਗਾ ਕੋਈ? ਭਾਈ ਗਰੁੱਪ ਦੇ ਨਾਲ ਸੰਬੰਧਿਤ ਚਿੱਟਾ ਵੇਚਣ ਵਾਲੇ ਆ ਜੀ, ਕੋਈ ਇੱਦਾਂ ਨਹੀਂ, ਕਤੀੜ ਹੈ ਜੀ। 25-30 ਜਣੇ ਇਕੱਠੇ ਹੋ ਕੇ ਕਿਸੇ ਇੱਕ ਤੇ ਪੈ ਗਏ, ਉਹ ਹੈ। ਸਮਾਜ ਵਿੱਚ ਦਿਨ ਬਰ ਦਿਨ ਇਨਸਾਨੀ ਰਿਸ਼ਤੇ ਖਤਮ ਹੁੰਦੇ ਜਾ ਰਹੇ ਹਨ ਤੇ ਲਗਾਤਾਰ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਹੈ, ਜਿੱਥੇ ਨਸ਼ੇੜੀ ਪਤੀ ਤੋਂ ਤੰਗ ਆ ਕੇ ਪਤਨੀ ਨੇ ਆਤਮ ਹੱਤਿਆ ਕਰ ਲਈ। ਦੂਜੇ ਪਾਸੇ ਪਿੰਡ ਕੁਰਪਾਲਕੇ ਵਿੱਚ ਜ਼ਮੀਨ ਦੇ ਠੇਕਿਆਂ ਦੇ ਪੈਸੇ ਲੈ ਕੇ ਇੱਕ ਕਲਯੁਗੀ ਬੇਟੇ ਨੇ ਆਪਣੇ ਬਜ਼ੁਰਗ ਤੇ ਕਾਤਲਾਨਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਬਾਹਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਂਸੀ ਮੇਰੇ ਪਾਪਾ ਨੇ ਨਜਾਇਜ਼ ਸੰਬੰਧ ਚੱਲਦੇ ਆ ਜੀ ਹੋਰ ਕਿਸੇ ਬੁੜੀ ਨਾਲ। ਮੇਰੇ ਮੰਮਾ ਨੂੰ 3 ਮਹੀਨੇ ਹੋ ਗਏ ਜੀ ਘਰੋਂ ਕੱਢਿਆ ਹੋਇਆ, ਉਹਨਾਂ ਨੇ ਵੀ ਕੇਸ ਕੀਤਾ ਹੋਇਆ। ਤੇ ਮੇਰੇ ਦਾਦਾ ਜੀ ਦੇ ਨਾਂ ਪੈਲੀ ਹੈ, ਦਾਦਾ ਜੀ ਨੂੰ ਠੇਕਾ ਦੇਣ ਆਏ ਸੀ ਠੇਕੇਦਾਰ ਜੀ, ਉਹ ਠੇਕਾ ਦੇ ਕੇ ਗਏ ਚਲੇ ਜੀ। ਉਹ ਪੈਸੇ ਖੋਣ ਪਏ ਤੇ ਉਹਨਾਂ ਨੇ ਮੇਰੇ ਤੇ ਕੁਹਾੜੀ ਨਾਲ ਕੌਣ ਪਿਆ ਜੀ ਪੈਸੇ? ਮੇਰੇ ਪਾਪਾ ਜੀ ਪ੍ਰਤਾਪ ਸਿੰਘ, ਤੇ ਮੇਰੇ ਤੇ ਕੁਹਾੜੀ ਲੈ ਕੇ ਹਮਲਾ ਕੀਤਾ ਜੀ। ਮੇਰੇ ਬਚਾਅ ਵਾਸਤੇ ਵਿੱਚ ਮੇਰੇ ਦਾਦਾ ਜੀ ਆਏ, ਉਹਨਾਂ ਦੇ ਵੀ ਸੱਟ ਲੱਗੀ ਹੈ ਜੀ ਦੋਵੇਂ ਬਾਹਾਂ ਤੇ। ਅੱਸਾ ਸਿੰਘ ਜੀ ਮੇਰਾ ਨਾਂ ਤਾਂ। ਹਸਪਤਾਲ ਪਏ ਹੋ, ਕੀ ਗੱਲ ਹੋ ਗਈ? ਹਸਪਤਾਲ ਜੀ ਮੈਨੂੰ ਸੱਟਾਂ ਲੱਗ ਗਈਆਂ ਮੇਰੇ
ਲੜਕੇ ਨੇ ਮਾਰੀਆਂ ਨੇ। ਕਿਉਂ ਮਾਰੀਆਂ ਜੀ? ਗੱਲ ਜੋ ਭੈੜੇ ਕੰਮ ਕਰਦਾ ਹੈ, ਗੱਡੀਆਂ 2-3 ਵੇਚ ਕੇ ਖਾ ਗਿਆ, ਮੱਝੀ ਖਾ ਗਿਆ, ਗਾਈ ਖਾ ਗਿਆ। ਇਹ ਕੀ ਵਜ੍ਹਾ ਬਣ ਗਈ? ਤੇ ਉਹ ਜੀ ਬਗਾਨੀ ਜਨਾਨੀ ਨਾਲ ਧੱਕੇ ਖਾਂਦਾ ਫਿਰਦਾ ਹੈ, ਆਪਦੀ ਘਰੋਂ ਕੱਢੀ ਹੋਈ ਹੈ। ਮੈਨੂੰ ਠੇਕੇ ਦਾ ਠੇਕਾ ਦੇ ਕੇ ਗਿਆ, ਮੈਨੂੰ ਤੋਂ ਖੋਹਣ ਪਿਆ ਹੈ। ਮੈਂ ਕੁਹਾਇਆ ਨਹੀਂ, ਕੁਹਾੜੀ ਲੈ ਕੇ ਮੁੰਡੇ ਨੂੰ ਤੇ ਮੈਨੂੰ ਮਾਰਨ ਪੈ ਗਿਆ। ਮੁੰਡੇ ਨੂੰ 2 ਕੁਹਾੜੀਆਂ ਮਾਰੀਆਂ ਸੋ। ਤੁਹਾਡੇ ਵੀ ਕਿਤੇ ਸੱਟ ਵੱਜੀ ਹੈ ਜੀ? ਮੇਰੇ ਹੱਥਾਂ 'ਤੇ 2 ਕੁਹਾੜੀਆਂ ਵੱਜੀਆਂ ਨੇ, ਇੱਕ ਆਹ ਵੱਜੀ, ਇੱਕ ਆਹ ਵੱਜੀ, ਆਹ ਵੱਜੀ, ਆਹ ਵੱਜੀ। ਗਿੱਦੜਬਾਹਾ ਦੇ ਨੌਜਵਾਨ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਕਤਲ ਮਾਮਲੇ ਵਿੱਚ ਇਨਸਾਫ ਲੈਣ ਲਈ ਅਤੇ ਪੰਜਾਬ ਅੰਦਰ ਦਿਨੋ ਦਿਨ ਵਧ ਰਹੀਆਂ ਵਾਰਦਾਤਾਂ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਮੋਮਬੱਤੀ ਮਾਰਚ ਕੱਢਿਆ ਗਿਆ। ਸ਼ਹਿਰ ਦੇ ਨੌਜਵਾਨਾਂ ਰਾਹੁਲ ਗਰਗ, ਅੰਕੁਸ਼ ਬਾਂਸਲ, ਭੁਪੇਸ਼ ਬਾਂਸਲ, ਸੰਨੀ ਗਰੋਵਰ, ਦੀਪਕ ਗੋਇਲ, ਚੰਦ ਕਥੂਰੀਆ, ਅਮਨਪ੍ਰੀਤ ਸਿੰਘ, ਕੁਨਾਲ ਵਰਮਾ, ਨੀਰਜ ਜੈਦੇਵ, ਸੁਰਿੰਦਰ, ਸੰਦੀਪ ਆਦਿ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਦੇ ਹਾਲਾਤ ਦਿਨ ਬਰ ਦਿਨ ਖਰਾਬ ਹੋ ਰਹੇ ਨੇ। ਰੋਜ਼ਾਨਾ ਕਤਲ ਅਤੇ ਹੋਰ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਰ ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਜੀ ਐਡਵੋਕੇਟ ਲਾਲੀ ਮਾਨ ਜੀ। ਮਾਨ ਸਾਹਿਬ ਅੱਜ ਕੈਂਡਲ ਮਾਰਚ ਕੱਢ ਰਹੇ ਹੋ, ਕੀ ਕਾਰਨ ਹੈ? ਤੇ ਇਹ ਜੀ ਪਿਛਲੇ ਦਿਨਾਂ ਵਿੱਚ ਸਾਡੇ ਪੰਜਾਬ ਦੇ ਸਿਰਮੌਰ ਕਲਾਕਾਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਜੋ ਨਿਰਮੌਰ ਹੱਤਿਆ ਕੀਤੀ ਗਈ ਹੈ ਗੈਂਗਸਟਰਾਂ ਵੱਲੋਂ, ਉਹਦੇ ਅਸੀਂ ਰੋਸ ਦੇ ਵਿੱਚ ਸ਼ਹਿਰ ਵਾਸੀਆਂ ਨੇ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਸਾਰੇ ਮਤਲਬ ਸਰਬ ਸਾਂਝਾ ਮੰਚ ਇੱਕ ਤਿਆਰ ਕੀਤਾ ਜੀ। ਉਸ ਰੋਸ 'ਚ ਅਸੀਂ ਇੱਕ ਕੈਂਡਲ ਮਾਰਚ ਕੱਢ ਰਹੇ ਹਾਂ। ਕਿੱਥੋਂ ਕੱਢਿਆ ਜਿਹੜਾ ਕੈਂਡਲ ਮਾਰਚ? ਕਿੱਥੋਂ ਕੱਢਿਆ? ਕੈਂਡਲ ਮਾਰਚ ਕੱਢਿਆ ਜੀ ਬਾਬਾ ਗੰਗਾ ਰਾਮ ਸਟੇਡੀਅਮ ਤੋਂ ਸ਼ੁਰੂ ਹੋ ਕੇ ਹੁਣ ਘੰਟਾ ਘਰ ਕੋਲ ਦੀ ਹੋ ਕੇ ਉਹ ਰੇਲਵੇ ਸਟੇਸ਼ਨ ਤੇ ਸਮਾਪਤ ਕਰਾਂਗੇ। ਨਾਮ ਦੀਪਕ ਗੋਇਲ ਹੈ ਜੀ। ਗੋਇਲ ਸਾਹਿਬ ਕੀ ਕਾਰਨ ਹੈ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ? ਸਰ ਅਸੀਂ ਜਿਹੜਾ ਪੰਜਾਬ ਦੇ ਵਿੱਚ ਇੰਨਾ ਕ੍ਰਾਈਮ ਹੋ ਰਿਹਾ, ਧੱਕਾ ਹੋ ਰਿਹਾ, ਜਿਹੜੇ ਨੌਜਵਾਨ ਮਰ ਰਹੇ ਨੇ, ਉਹਨਾਂ ਦੇ ਅਸੀਂ ਰੋਸ ਦੇ ਵਿੱਚ ਆਏ ਹਾਂ ਜੀ। ਇਹ ਸਾਡਾ ਕਿਸੇ ਵੀ ਪਾਰਟੀਬਾਜ਼ੀ ਨਾਲ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ। ਸਾਡਾ ਮੇਨ ਮੁੱਦਾ ਸਾਰੀਆਂ ਸਰਕਾਰਾਂ, ਸਾਰੇ ਪੋਲੀਟੀਕਲ ਬੰਦੇ ਇਕੱਠੇ ਹੋਣ ਜੀ ਤੇ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਖਤਮ ਕੀਤਾ ਜਾਵੇ ਜਲਦੀ ਤੋਂ ਜਲਦੀ। ਸਾਡਾ ਪੰਜਾਬ ਜਿਹੜਾ ਸੀਗਾ ਉਹ ਨਸ਼ਿਆਂ ਨੇ ਖਾ ਲਿਆ ਜੀ। ਸਾਨੂੰ ਪਲੀਜ਼ ਇਹ ਤੁਸੀਂ ਸੀਐਮ ਸਾਹਿਬ ਤੱਕ ਪਹੁੰਚਾਓ ਸਾਡੀ ਮੰਗ ਇਹ ਵੀ ਜਿਹੜੇ 2 ਦਿਨ ਪਹਿਲਾਂ ਹੀ ਸਿੱਧੂ ਬਾਈ ਦਾ ਇੰਨਾ ਮਤਲਬ ਹੋਇਆ, ਇਹ ਬਹੁਤ ਦੁੱਖ ਤੇ ਮੰਦਭਾਗੀ ਘਟਨਾ ਹੈ ਜੀ। ਹਰ ਬੰਦਾ ਰੋਇਆ ਜੀ ਪੰਜਾਬ ਦਾ। ਪਲੀਜ਼ ਇਹ ਸੀਐਮ ਸਾਹਿਬ ਤੱਕ ਪਹੁੰਚਾਓ ਜੀ। ਇਹ ਗੈਂਗਸਟਰਵਾਦ ਤੇ ਨਸ਼ਾ ਸਾਡੇ ਪੰਜਾਬ ਚੋਂ ਖਤਮ ਕਰੋ ਜੀ। ਤਰਨਤਾਰਨ ਦੇ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦਾਂ ਦੇ ਸਰਤਾਜ ਤੇ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 416ਵਾਂ ਸ਼ਹੀਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਸਿੱਖ ਸੰਗਤਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਦੁਸ਼ਮਣਾਂ ਨੇ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਤੇ ਹਰ ਸਾਲ ਸ਼ਹੀਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੀ ਸਿੱਖ ਸੰਗਤ ਮਨਾ ਰਹੀ ਹੈ। ਅੱਜ ਦੇ ਦਿਨ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਬੜੇ ਤਸੀਹੇ ਦਿੱਤੇ ਗਏ। 4 ਤੋਂ 5 ਦਿਨ ਉਹਨਾਂ ਨੂੰ ਤਸੀਹੇ ਲਗਾਤਾਰ ਦਿੱਤੇ ਜਾਂਦੇ ਰਹੇ। ਸ੍ਰੀ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਦੇ ਵਿੱਚ 2-3 ਕਾਰਨ ਹਨ। ਪਹਿਲਾ ਤਾਂ ਕਾਰਨ ਇਹ ਸੀਗਾ ਵੀ ਜਹਾਂਗੀਰ ਉਸ ਸਮੇਂ ਦਾ ਜੋ ਮੁਗਲ ਸਾਮਰਾਜ ਸੀਗਾ, ਰਾਜਾ ਸੀਗਾ, ਛੋਟੇ ਹੁੰਦਿਆਂ ਇੱਕ ਵਾਰ ਉਹ ਗੋਇੰਦਵਾਲ ਸਾਹਿਬ ਆਇਆ। ਉਹਨੇ ਆਪਣੀ ਕਿਤਾਬ ਦੇ ਵਿੱਚ ਤੁਝ ਕੇ ਜਹਾਂਗੀਰ ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਉਸ ਸਮੇਂ ਗੁਰੂ ਸਨ। ਉਹਨੇ ਆਪਣੀ ਕਿਤਾਬ ਦੇ ਵਿੱਚ ਗੋਇੰਦਵਾਲ ਸਾਹਿਬ ਨੂੰ ਵੀ ਝੂਠ ਦੀ ਦੁਕਾਨ ਦੱਸਿਆ। ਉਹ ਜਹਾਂਗੀਰ ਇੱਕ ਬਹੁਤ ਹੀ ਜਿਆਸ਼ੀ, ਸ਼ਰਾਬੀ ਤੇ ਜਿਆਸ਼ੀ ਬੰਦਾ ਸੀਗਾ। ਪੰਜਾਬ ਵਿੱਚ ਗਰਮੀ ਨਾਲ ਬੁਰਾ ਹਾਲ ਹੈ ਤੇ ਇਸ ਗਰਮੀ ਨਾਲ ਲੋਕਾਂ ਦੇ ਵਪਾਰ ਤੇ ਮਾੜਾ ਅਸਰ ਪੈ ਰਿਹਾ ਹੈ। ਗੱਲ ਕਰਦੇ ਹਾਂ ਪਠਾਨਕੋਟ ਖੇਤਰ ਦੀ, ਜਿੱਥੇ ਲੋਕੀ ਜੰਮੂ ਤੇ ਹਿਮਾਚਲ ਤੇ ਆਉਂਦੇ ਹਨ, ਪਰ ਹੁਣ ਗਰਮੀ ਦੇ ਕਾਰਨ ਇਹ ਵਪਾਰ ਕਰਨ ਵਾਲੇ ਲੋਕ ਸੜਕਾਂ ਤੇ ਨਜ਼ਰ ਨਹੀਂ ਆਉਂਦੇ। ਦਰਅਸਲ ਪੰਜਾਬ ਵਿੱਚ ਬਾਰਿਸ਼ ਨਹੀਂ ਹੋ ਰਹੀ, ਜਿਸ ਕਰਕੇ ਗਰਮੀ ਦਾ ਪ੍ਰਕੋਪ ਜਾਰੀ ਹੈ ਤੇ ਕਾਰੋਬਾਰ ਤੇ ਮਾੜਾ ਅਸਰ ਪੈ ਰਿਹਾ ਹੈ। ਇਹ ਗਰਮੀ ਤੇ ਕਾਫੀ ਜ਼ਿਆਦਾ ਕੁਝ ਦੇਰ ਤੋਂ ਕਾਫੀ ਜ਼ਿਆਦਾ ਗਰਮੀ ਪੈਣ ਲੱਗ ਪਈ ਹੈ। ਗਰਮੀ ਇੱਦਾਂ ਕਿ ਅਸੀਂ ਦੁਕਾਨਦਾਰ ਹਾਂ, ਸਵੇਰੇ 9 ਵਜੇ ਅਸੀਂ ਦੁਕਾਨ 'ਤੇ ਆਉਂਦੇ ਹਾਂ। 10 ਵਜੇ ਤੋਂ ਬਾਅਦ ਤੇ ਵੈਸੇ ਧੁੱਪ ਨਾਲ ਬਹੁਤ ਜ਼ਿਆਦਾ ਕੋਈ ਗਾਹਕ ਨਹੀਂ ਲੱਭਦਾ, ਸਾਰੀ ਸੁੰਨਮਸਾਨ ਮਾਰਕੀਟ 'ਚ ਪਈ ਹੋਈ ਆ ਔਰ ਇਹ ਗਰਮੀ ਨਾਲ ਕਾਫੀ ਜ਼ਿਆਦਾ ਲੋਕਾਂ ਨੂੰ ਡਿਸਟਰਬ ਵੀ ਆ ਰਿਹਾ। ਪਰ ਫਿਰ ਵੀ ਅਸੀਂ ਇਹੋ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਗਰਮੀ ਤੋਂ ਬਚ ਕੇ, ਕਿਉਂਕਿ ਗਰਮੀ ਨਾਲ ਕਾਫੀ ਲੋਕ ਬਿਮਾਰ ਵੀ ਹੋ ਰਹੇ ਆ, ਤੇ ਗਰਮੀ ਕੋਲ ਬਚ ਕੇ ਜ਼ਿਆਦਾ ਧੁੱਪ 'ਚ ਬਾਹਰ ਨਾ ਨਿਕਲੋ
ਕੋਈ ਜ਼ਰੂਰੀ ਕੰਮ ਆ ਤੇ ਬਾਹਰ ਨਿਕਲੋ, ਨਹੀਂ ਤੇ ਗਰਮੀ ਦਾ ਜਿੰਨਾ ਬਚਾਅ ਕਰ ਲਓ ਉਨਾ ਹੀ ਵਧੀਆ ਜੀ। ਗਰਮੀ ਦੇ ਨਾਲ ਕੀ ਇਫੈਕਟ ਪੈ ਰਿਹਾ ਬਾਜ਼ਾਰ ਦੇ ਵਿੱਚ? ਭਾਈ ਗਰਮੀ ਨਾਲ ਹੈ ਕਿ ਬਾਜ਼ਾਰਾਂ 'ਚ ਜਿਹੜੀ ਰੌਣਕਾਂ ਨਾ ਖਤਮ ਹੋ ਗਈ ਹੈ। ਦੁਕਾਨਦਾਰ ਬੰਦਾ ਜਿਹੜਾ ਸਵੇਰੇ ਆਂਦਾ ਹੈ, ਇੰਨੀ ਗਰਮੀ ਕਰਕੇ ਮਤਲਬ ਗਾਹਕ ਦਾ ਕੋਈ ਅੱਗੇ ਕੀ ਹੁੰਦਾ ਸੀ ਕਿ ਗਾਹਕ ਬਾਹਰੋਂ ਆਂਦਾ ਸੀ, ਚਲੋ ਦੁਕਾਨਦਾਰ ਨੂੰ ਆਸ ਹੁੰਦੀ। ਗਰਮੀ ਵਜ੍ਹਾ ਕਰਕੇ ਗਾਹਕ ਵੀ ਬਾਹਰੋਂ ਨਹੀਂ ਆ ਰਿਹਾ, ਜਿਸ ਕਰਕੇ ਮਤਲਬ ਦੁਕਾਨਦਾਰਾਂ ਦਾ ਤੇ ਗਰਮੀ 'ਚ ਬੁਰਾ ਹਾਲ ਹੋ ਰਿਹਾ ਹੈ। ਪੁਲਿਸ ਕਮਿਸ਼ਨਰ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲੰਧਰ ਵਿੱਚ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੱਕ ਪਾਸੇ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ। ਬਹਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਇੱਕ ਮਰੀ ਹੋਈ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜੀ ਹਸਪਤਾਲ ਦੇ ਸਟਾਫ ਨੇ ਬਣਾਈ ਸੀ। ਦਰਅਸਲ ਮਰਨ ਵਾਲੀ ਉਕਤ ਔਰਤ ਤੇ ਉਸਦੇ ਪਤੀ ਸ਼ੱਕ ਕਰਦਾ ਸੀ ਤੇ ਉਸਨੇ ਉਹਨੂੰ ਗਲਾ ਦੱਬ ਕੇ ਹੱਤਿਆ ਕਰ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾਂ ਦਾ ਕੁਝ ਸਮਾਂ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਡੈਡ ਬੋਡੀ ਮਿਲੀ ਉਸ ਕੀ ਸਾਰਾ ਮਾਮਲਾ ਸੀ? ਇੱਕ ਪੇਸ਼ੈਂਟ ਸੀ ਬਲਵਿੰਦਰ ਕੌਰ, ਵਾਈਫ ਆਫ ਮਨਜੀਤ ਸਿੰਘ, ਜਿਹੜੇ ਕਿ ਕਾਲਾ ਸਿੰਘਿਆ ਸਾਈਡ ਤੋਂ ਆਏ, ਆਪਣੇ ਕੋਲ ਦਾਖਲ ਹੋਏ ਹੋਏ ਆ। ਕੇਸਰਪੁਰ ਪਿੰਡ ਦੇ ਰਹਿਣ ਵਾਲੇ, 24 ਸਾਲ ਉਹਨਾਂ ਦੀ ਉਮਰ ਹੈ। ਅੱਜ ਸਵੇਰੇ 6:45 ਵਜੇ ਮੈਨੂੰ ਫੋਨ ਆਇਆ ਕਿ ਵੀ ਉਹਨਾਂ ਦੇ ਆਪਸ 'ਚ ਕੋਈ ਲੜਾਈ ਹੋਈ ਹੈ ਹਸਬੈਂਡ ਵਾਈਫ ਦੀ। ਤਾਂ ਉਸ ਤੋਂ ਬਾਅਦ ਕੁਝ ਦੇਰ ਬਾਅਦ ਫਿਰ ਇੱਕ ਹੋਰ ਫੋਨ ਆਇਆ 5 ਮਿੰਟ ਬਾਅਦ ਕਿ ਹੁਣ ਲੜਾਈ ਬੰਦ ਹੋ ਗਈ। ਮੈਂ ਜਦੋਂ ਇੱਥੇ ਪਤਾ ਕੀਤਾ ਆ ਕੇ ਤਾਂ ਉਹ ਤਦ ਤੱਕ ਪੇਸ਼ੈਂਟ ਦੀ ਦਾ ਗਲਾ ਘੋਟ ਕੇ ਮਾਰ ਚੁੱਕਾ ਹੋਇਆ ਸੀ। ਕੀ ਨਾਮ ਸੀ ਸਰ ਉਹਦਾ? ਮਨਜੀਤ ਸਿੰਘ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।